हर राय नमो कर जोरी, नमो कर जोरी। श्री हर कृष्ण मनाओ बहोरी, श्री गुरु तेग बहादुर परम कृपाला, सतगुरु परम कृपाला। श्री गुरु गोबिंद सिंह विसाला, तरो तरा तर पुन पुन सीसा, वाहिगुरु पुन पुन सीसा। बंदो बार बार जगदीशा, एक ओंकार सतगुरु तेग प्रसाद सच हुए। वाहिगुरु जी की फतेह, विघ्न विनाशन सोए। गुर का शब्द कमाए जिन, जीते पंच विकार। इन संतन को वंदना, सिर चरणन पर तार। कहाँ बुद्ध प्रभु तुच्छ हमारी, वर्ण सकै महिमा जो तिहारी। हम ना सकत कर सिफत तुम्हारी, आप हो तुम कथा सुधारी। दोहरा फिर नवाब एही कही, जित चहै ता आवो चीन। और जो चाहे मांग सो, धन अर मुलक जमीन। वाहिगुरु जी का खालसा, वाहिगुरु जी की फतेह। जिनके भाग बड़े हैं भाई, तिन साधु संग मुख जुरे। दीन दुनिया के मालक मीरी पीर सतगुरु, वड जोधा बहु परोपकारी धन श्री गुरु हरगोबिंद साहिब महाराज जी के पावन पवित्र दरबार दीयां हाजरियां भर रही गुरु स्वरूप गुरु खालसा साध संगत जी, आप जी अत्यंत वडभागे हो, जो अपनी मनुखा देही नूं सफल करन दे लई सत संगत दीयां घड़ियां दे अंदर आके अपने मन नूं जोड़दे हो। रहतनामियां दे बचन ने संध्या समय सुनै रहरास, कीर्तन कथा सुनै हरजास। इनमें नेम जो एक कराए, सो सिख अमरापुरी मह जाए। ਜਿਹੜਾ भी गुरसिख रहरास साहिब के पाठ के अंदर नागा नहीं पाउंदा, ते उपरंत रहरास अपने मन चित एकाग्र करन तो बाद हरि दा कीर्तन अते कथा शामां दे दीवाना दे अंदर सरवण करदा है। भाई देसा सिंह जी लिखते हैं रहतनामियां दे अंदर हजूरी कवि कलगीधर पातशाह दे कहंदे वो सिख मुख करके सचखंड नूं जाएगा, अमरापुरी नूं जाएगा। उहदा कलगीधर पातशाह आप जामी होणगे ते सच्चे पातशाह नूं सिक्खी दी दात बख्शिश करनगे। गुरु हरगोबिंद साहिब जी के पावन पवित्र दरबार की अंदर सोदर रहरास साहिब जी के पाठों तो उपरंत आरती आरती के कीर्तन उपरंत लड़ीवार कथा चल रही है। कथा श्री नानक प्रकाश ग्रंथ की चल रही है, श्री गुरु प्रताप सूरज ग्रंथ चों। पर हुण 300 साला भाई साहब भाई शहीद तारू सिंह जी को मुख रखते हुए जो कल है
4 ਰੋਜ਼ੇ ਤੋਂ ਗਿਆਨੀ ਹਰਸਿਮਰਨ ਸਿੰਘ ਜੀ ਦੀ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਨੇ ਅਮਰੀਕਾ ਤੋਂ ਡਿਊਟੀ ਲਾਈ ਹੈ ਬਈ ਅੰਬਾਲੇ ਦੇ ਅੰਦਰ ਵੱਖ-ਵੱਖ ਸਥਾਨਾਂ ਦੇ ਉੱਤੇ ਭਾਈ ਤਾਰੂ ਸਿੰਘ ਜੀ ਦੀ ਕਥਾ ਕਰਨੀ ਹੈ, ਕਿਉਂਕਿ 1720 ਦੇ ਅੰਦਰ ਭਾਈ ਤਾਰੂ ਸਿੰਘ ਜੀ ਦਾ 4 ਅਕਤੂਬਰ ਦੇ ਦਿਨ ਪ੍ਰਕਾਸ਼ ਹੋਇਆ ਸੀ ਪੂਲੇ ਨਗਰ ਦੇ ਅੰਦਰ। ਭਾਈ ਤਾਰੂ ਸਿੰਘ ਜੀ ਦਾ ਜਦੋਂ ਜਨਮ ਹੋਇਆ, ਭਾਈ ਪਿਤਾ ਜੋਤ ਸਿੰਘ ਮਾਤਾ ਧਰਮ ਕੌਰ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਦੇ ਪਿੰਡ ਪੂਲੇ ਨਗਰ ਵਿੱਚ ਜਦੋਂ ਜਨਮ ਹੋਇਆ ਤੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਤੇ ਸੱਚੇ ਪਾਤਸ਼ਾਹ ਤੇ ਕਲਗੀਧਰ ਪਾਤਸ਼ਾਹ ਦੇ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਵੀ ਲਵਾਈ। ਭਾਈ ਤਾਰੂ ਸਿੰਘ ਜੀ ਦਾ ਜੋ ਜੀਵਨ ਸੀਗਾ ਉਹ ਸੰਗਤ ਸਰਵਣ ਕਰ ਰਹੀ ਹੈ। ਪਹਿਲੇ ਟਿਊਬ ਮਾਤਰ ਜੋ ਪਿਛਲੇ ਪ੍ਰਕਰਨਾਂ ਦੇ ਅੰਦਰ ਇਤਿਹਾਸ ਹੋ ਚੁੱਕਾ ਹੈ ਉਹ ਸਰਵਣ ਕਰੀਏ, ਉਪਰੰਤ ਫਿਰ ਅੱਗੇ ਜੋ ਲੜੀਵਾਰ ਕਥਾ ਆ ਰਹੀ ਹੈ ਉਹ ਸਰਵਣ ਕਰੀਏ। ਇਹ ਜੋ ਗ੍ਰੰਥ ਜਿਹਦੇ ਅੱਜ ਦਰਬਾਰ ਦੇ ਅੰਦਰ ਪ੍ਰਕਾਸ਼ ਹੈ, ਇਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰੂ ਪ੍ਰਾਚੀਨ ਪ੍ਰਕਾਸ਼ ਗ੍ਰੰਥ। ਤੇ ਇਸ ਗ੍ਰੰਥ ਨੂੰ ਜੋ ਲਿਖਿਆ ਉਹ ਲਿਖਿਆ ਭਾਈ ਰਤਨ ਸਿੰਘ ਜੀ ਭੰਗੂ ਨੇ। ਪ੍ਰਾਚੀਨ ਪੰਥ ਪ੍ਰਕਾਸ਼ ਜਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਇਸ ਨੂੰ ਕਹਿੰਦੇ ਨੇ। ਇੱਕ ਖਾਲੀ ਪੰਥ ਪ੍ਰਕਾਸ਼ ਵੀ ਹੈ ਜਿਸ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਉਹ ਗ੍ਰੰਥ ਲਿਖਿਆ ਹੈ। ਉਹ ਗ੍ਰੰਥ ਦੇ ਅੰਦਰ 10 ਪਾਤਸ਼ਾਹੀਆਂ ਦਾ ਇਤਿਹਾਸ ਹੈ, ਜਿਵੇਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਤੇ ਸਾਡੇ ਕੋਲ ਪੁਰਾਤਨ ਗ੍ਰੰਥਾਂ ਦੇ ਅੰਦਰੋਂ ਇਹ ਵੀ ਗ੍ਰੰਥ ਇੱਕ ਮਿਲਦਾ ਹੈ ਜੋ ਕਿ ਪੁਰਾਤਨ ਸਿੰਘਾਂ ਤੋਂ ਸੁਣ ਕੇ ਇਤਿਹਾਸ ਲਿਖਿਆ ਗਿਆ ਹੈ। ਇੱਕ ਹੋਰ ਵੀ ਸਭ ਤੋਂ ਪੁਰਾਤਨ ਗ੍ਰੰਥ ਹੈ ਸਾਡੇ ਕੋਲ ਕੋਇਰ ਸਿੰਘ ਕਲਾਲ ਜੀ ਦਾ, ਜਿਸ ਦਾ ਨਾਮ ਹੈ ਗੁਰਬਿਲਾਸ ਪਾਤਸ਼ਾਹੀ ਦਸਵੀਂ, ਜੋ 1751 ਦੇ ਅੰਦਰ ਲਿਖਿਆ ਗਿਆ ਸੀ। ਕਲਗੀਧਰ ਪਾਤਸ਼ਾਹ ਦੇ 43 ਸਾਲ ਜੋਤੀ ਜੋਤ ਸਮਾਉਣ ਤੋਂ ਬਾਅਦ ਕੋਇਰ ਸਿੰਘ ਕਲਾਲ ਨੇ 10ਵੇਂ ਪਾਤਸ਼ਾਹ ਦੇ ਨਾਲ ਹਜ਼ੂਰੀ ਰਹੇ। ਉਹ ਇੱਕ ਗ੍ਰੰਥ ਲਿਖਿਆ ਸੀਗਾ ਗੁਰਬਿਲਾਸ ਪਾਤਸ਼ਾਹੀ ਦਸਵੀਂ। ਉਹ ਵੀ ਪੁਰਾਤਨ ਸਰੋਤ ਸਿੱਖ ਪੰਥ ਦੇ ਕੋਲ ਮੌਜੂਦ ਹੈ, ਜੋ ਕਿ ਗੁਰੂ ਸਾਹਿਬ ਦੇ ਸਮੇਂ ਦੀ ਸਾਰੀ ਕਥਾ 10ਵੇਂ ਪਾਤਸ਼ਾਹ ਦੀ ਉਸ ਗ੍ਰੰਥ ਦੇ ਅੰਦਰ ਲਿਖੀ ਹੋਈ ਹੈ। ਉਹ ਮਹਿੰਗਾ ਗ੍ਰੰਥ ਹੈ, ਆਮ ਕਰਕੇ ਉਸ ਦੀ ਕਥਾ ਗੁਰਦਰਬਾਰ 'ਚ ਨਹੀਂ ਕੀਤੀ ਜਾਂਦੀ, ਪਰ ਵਿਦਵਾਨ ਸਿੰਘ ਆਪਣੀ ਸਮਝ ਦੇ ਲਈ ਸੰਗਤ ਨੂੰ ਸਮਝਾਉਣ ਦੇ ਲਈ ਉਹ ਗ੍ਰੰਥ ਪੜ੍ਹਦੇ। ਇੱਕ ਹੋਰ ਗ੍ਰੰਥ ਕਲਗੀਧਰ ਪਾਤਸ਼ਾਹ ਤੋਂ ਕੁਝ ਕੁ ਸਮਾਂ ਬਾਅਦ ਲਿਖਿਆ ਗਿਆ ਜਿਸ ਦਾ ਨਾਮ ਹੈ ਗੁਰਸ਼ੋਭਾ ਗ੍ਰੰਥ। ਉਹ 10ਵੇਂ ਪਾਤਸ਼ਾਹ ਦੇ ਹਜ਼ੂਰੀ ਕਵੀ ਸੈਨਾਪਤੀ ਜੀ ਨੇ ਲਿਖਿਆ। ਉਸ ਦੇ ਅੰਦਰ ਕਲਗੀਧਰ ਪਾਤਸ਼ਾਹ ਤੋਂ ਬਾਅਦ ਦੇ ਜੋ ਕੁਝ ਕੌਤਕ ਨੇ, ਕਲਗੀਧਰ ਪਾਤਸ਼ਾਹ ਦੇ ਸਮੇਂ ਦੇ ਕੌਤਕ ਨੇ, 9ਵੇਂ ਪਾਤਸ਼ਾਹ ਦੀ ਸ਼ਹਾਦਤ, ਉਹ ਕੁਝ ਕੁ ਅਧਿਆਇਆਂ ਦੇ ਅੰਦਰ ਲਿਖੀ ਗਈ ਹੈ। ਉਹ ਵੀ ਪੁਰਾਤਨ ਸਰੋਤ ਸਾਡੇ ਕੋਲ ਮੌਜੂਦ ਹੈ ਜਿਸ ਦੇ ਅੰਦਰ ਗੁਰੂ ਸਾਹਿਬਾਂ ਦਾ ਇਤਿਹਾਸ ਅਸੀਂ ਸਿੱਖ ਸੰਗਤ ਪੜ੍ਹ ਸਕਦੇ ਹਾਂ। ਤੇ ਪੁਰਾਤਨ ਗ੍ਰੰਥਾਂ ਦੀ ਹੁਣ ਜੇ ਗੱਲ ਚੱਲ ਪਈ ਹੈ, ਉਸ ਦੇ ਅੰਦਰ ਸਭ ਤੋਂ ਪਹਿਲਾ ਜੋ ਗ੍ਰੰਥ ਉਹ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਤੋਂ ਜੋ ਸੁਣੀ ਸੀ, ਸਾਖੀ ਭਾਈ ਬਾਲੇ ਸੀ, ਉਹ ਗ੍ਰੰਥ ਤਿਆਰ ਕਰਵਾਇਆ ਸੀਗਾ। ਉਹ ਸਭ ਤੋਂ ਪਹਿਲਾ ਗ੍ਰੰਥ ਸੀ ਜਿਸ ਦੇ ਅੰਦਰ ਸਾਡਾ ਇਤਿਹਾਸ ਮਿਲਦਾ ਹੈ। ਉਹ ਫਿਰ ਸਾਖੀ ਭਾਈ ਬਾਲੇ ਜੀ ਤੋਂ ਉਤਾਰੇ ਕਰਵਾ ਕੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤਿਆਰ ਕਰਵਾਈ ਸੀ। ਉਪਰੰਤ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ, ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਭਾਈ ਸਾਖੀ ਭਾਈ ਬਾਲੇ ਵਾਲੀ ਤਿਆਰ ਕਰਵਾਈ, ਜੋ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਵੀਰ ਸਿੰਘ ਸਾਹਿਤਯ ਸਦਨ ਦਿੱਲੀ ਤੋਂ ਛਪਦੀ ਹੈ। ਉਹ ਪੋਥੀ ਵੀ ਸਾਡੇ ਕੋਲ ਪੰਥ ਦੇ ਅੰਦਰ ਮੌਜੂਦ ਹੈ। ਉਹ ਵੀ ਪੁਰਾਤਨ ਸਰੋਤ ਹੈ ਸਾਡੇ ਕੋਲ ਇਤਿਹਾਸ ਪੜ੍ਹਨ ਦਾ। ਤੇ ਜੋ ਸਿਰਮੌਰ ਹੈ, ਸਾਰੇ ਗੁਰਦੁਆਰਿਆਂ ਦੇ ਅੰਦਰ ਕਥਾ ਹੁੰਦੀ ਹੈ ਜਿਸ ਗ੍ਰੰਥ ਦੀ, ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ ਜੋ ਪ੍ਰਮੁੱਖ ਗ੍ਰੰਥ ਹੈ ਉਹ ਹੈ ਨਾਨਕ ਪ੍ਰਕਾਸ਼ ਗ੍ਰੰਥ। ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ
ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਜਿਸ ਦੀ ਕਥਾ ਹੁਣ ਸ੍ਰੀ ਪੰਜੋਖਰਾ ਸਾਹਿਬ 4:15 ਤੋਂ 5:15 ਰੋਜ਼ ਹੁੰਦੀ ਹੈ। ਤੇ ਉਹ ਜਿਹੜਾ ਗ੍ਰੰਥ ਲਿਖਿਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ 2 ਅਧਿਆਇਆਂ ਦੇ ਅੰਦਰ ਲਿਖਿਆ, ਇੱਕ ਉਤਰਾਦ ਅਧਿਆਏ, ਇੱਕ ਪੁਰਬਾਦ ਅਧਿਆਏ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਧਰਤੀ ਦੀ ਪੁਕਾਰ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਨਮ ਤੱਕ, ਉਪਰੰਤ ਮਹਾਰਾਜ ਜੀ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਜਾਣ ਤੱਕ ਦਾ ਇਤਿਹਾਸ ਉਤਰਾਦ ਅਧਿਆਏ ਹੈ। ਤੇ ਪੁਰਬਾਦ ਅਧਿਆਏ ਦੇ ਅੰਦਰ ਸਤਿਗੁਰਾਂ ਦੇ ਚਾਰੋਂ ਉਦਾਸੀਆਂ ਤੇ ਜੋਤੀ ਜੋ ਸਮਾਉਣ ਦੀ ਕਥਾ, ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣ ਤੱਕ ਦੇ ਪ੍ਰਸੰਗ। ਇਹ ਗ੍ਰੰਥ ਸ਼੍ਰੀ ਨਾਨਕ ਪ੍ਰਕਾਸ਼ ਕਹਿਲਾਏ ਜਾਂਦੇ ਨੇ। ਉਪਰੰਤ ਫਿਰ ਦੂਸਰੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਜੋ ਹੈ ਉਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਗਿਆ। ਉਸ ਦੇ ਅੰਦਰ 12 ਰਾਸਾਂ ਨੇ, 6 ਰੁੱਤਾਂ ਨੇ, 2 ਐਨ ਨੇ। ਤੇ ਇਹ ਸਾਰਾ ਗ੍ਰੰਥ 12 ਰਾਸਾਂ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਸਾਡੇ 12 ਮਹੀਨਿਆਂ ਦੇ ਅੰਦਰ ਸੂਰਜ ਅੱਡ-ਅੱਡ ਕ੍ਰਾਂਤੀ ਕਰਦਾ ਸੀ, ਕਹਿੰਦੇ ਅੱਜ ਸੰਗਰਾਂਦ ਆ। ਉਸ ਦੇ ਅੰਦਰ ਕਵੀ ਰਾਜ ਜੀ ਨੇ ਸਾਰਾ ਇਤਿਹਾਸ ਲਿਖਿਆ 12 ਰਾਸਾਂ ਦੇ ਅੰਦਰ। 6 ਰੁੱਤ, ਜਿਵੇਂ ਗਰੀਖਮ ਰੁੱਤ, ਸਰਦ ਰੁੱਤ, 6 ਰੁੱਤਾਂ ਦੇ ਅੰਦਰ 6 ਰੁੱਤਾਂ ਨੇ। ਉਸ ਦੇ ਹਿਸਾਬ ਨਾਲ ਗ੍ਰੰਥ ਤਿਆਰ ਹੋਇਆ। 2 ਐਨ ਨੇ, ਉਤਰੈਣ ਤੇ ਦੱਖਿਆਣ, ਪੂਰਬੈਣ ਤੇ ਦੱਖਿਆਣ, ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਛੁਪਦਾ ਹੈ। ਤੇ ਉਹ ਵੀ ਕਵੀ ਜੀ ਨੇ ਪੂਰਾ 12 ਰਾਸਾਂ, 6 ਰੁੱਤਾਂ ਤੇ 2 ਐਨ ਦੇ ਅੰਦਰ ਸਾਰਾ ਗ੍ਰੰਥ ਬੰਦ ਕਰ ਦਿੱਤਾ ਹੈ। ਬਹੁਤ ਸੁੰਦਰ ਕਾਵਿ ਰਚਨਾ ਦੇ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਜੀ ਨੇ ਕੈਥਲ ਨਗਰ ਦੇ ਅੰਦਰ ਲਿਖਿਆ। ਉਸ ਦੀ ਵੀ ਬੜੀ ਭਾਰੀ ਉਖਾਂਦਕ ਹੈ, ਕਿਸ ਤਰ੍ਹਾਂ ਲਿਖਿਆ ਹੈ ਉਹ ਸਾਡਾ ਅੱਜ ਦਾ ਵਿਸ਼ਾ ਨਹੀਂ। ਸੋ ਜਿਹੜੇ ਪੁਰਾਤਨ ਸਰੋਤ ਦੇ ਗ੍ਰੰਥ ਨੇ ਉਹਨਾਂ ਦੀ ਵਿਚਾਰ ਚੱਲ ਰਹੀ ਸੀ। ਹੁਣ ਜਿਹੜਾ ਗ੍ਰੰਥ ਹੈ ਪ੍ਰਕਾਸ਼ਮਾਨ ਹੈ। ਇਸ ਗ੍ਰੰਥ ਦਾ ਨਾਮ ਹੈ ਸ਼੍ਰੀ ਗੁਰੂ ਪੰਥ ਪ੍ਰਕਾਸ਼। ਬਾਬਾ ਸੰਤਾ ਸਿੰਘ ਜੀ ਬੁੱਢੇ ਦਲ ਦੇ ਜੋ ਜਥੇਦਾਰ ਰਹੇ ਨੇ, 96 ਕਰੋੜੀ ਮਹਾਂਪੁਰਖ, ਉਹ ਇੱਕੋ ਇੱਕ ਇਸ ਧਰਤੀ ਦੇ ਉੱਤੇ ਸੱਜਣ ਹੋਏ ਨੇ ਜਿਨ੍ਹਾਂ ਨੇ ਇਸ ਗ੍ਰੰਥ ਦਾ ਟੀਕਾ ਕੀਤਾ। ਜਦਕਿ ਉਹ ਮਹਾਂਪੁਰਸ਼ ਆਪਣੀ ਦੁਨਿਆਵੀ ਪੜ੍ਹਾਈ ਦੇ ਅੰਦਰ ਪੜ੍ਹੇ ਨਹੀਂ ਹੋਏ ਸੀ, ਪਰ ਗੁਰੂ ਨੇ ਬਖਸ਼ਿਸ਼ ਕੀਤੀ ਮਹਾਂਪੁਰਖਾਂ ਦੇ ਉੱਤੇ। ਉਹਨਾਂ ਨੇ ਸਾਡੇ ਸਿੱਖਾਂ ਤੇ ਰਹਿਮ ਕੀਤਾ ਤੇ ਇਸ ਗ੍ਰੰਥ ਦਾ ਟੀਕਾ ਕੀਤਾ। ਇਸ ਗ੍ਰੰਥ ਦੀ ਉਥਾਨਕਾ ਕੀ ਹੈ, ਗ੍ਰੰਥ ਨੂੰ ਲਿਖਣ ਦੀ ਲੋੜ ਕੀ ਪਈ? ਸ਼੍ਰੀ ਗੁਰੂ ਪੰਥ ਪ੍ਰਕਾਸ਼, ਸ਼੍ਰੀ ਗੁਰੂ ਪ੍ਰਾਚੀਨ ਪੰਥ ਪ੍ਰਕਾਸ਼। ਕੁਝ ਕੁ ਸਮਾਂ ਪਹਿਲੇ ਦੀ ਗੱਲ ਹੈ, ਤਕਰੀਬਨ 400 ਸਾਲ ਪਹਿਲੇ, ਜਦੋਂ ਅੰਗਰੇਜ਼ ਇੰਡੀਆ ਦੇ ਉੱਤੇ ਆਏ। ਉਹਨਾਂ ਦੀ ਰਾਜਧਾਨੀ ਸੀ ਕਲਕੱਤਾ। ਕਲਕੱਤਾ ਦੇ ਅੰਦਰ ਇੱਕ ਗੋਰਾ ਸੀ ਜਿਸ ਦਾ ਨਾਮ ਸੀ ਡੇਵਿਡ ਅਖਤਰ ਲੂਨੀ। ਉਹ ਡੇਵਿਡ ਅਖਤਰ ਲੂਨੀ ਨੇ ਸ਼ਾਹ ਆਲਮ ਗੌਰ ਨੂੰ, ਜੋ ਕਿ ਦਿੱਲੀ ਦਾ ਬਾਦਸ਼ਾਹ ਸੀ, ਸ਼ਾਹ ਆਲਮ ਗੌਰ ਨੂੰ ਕਿਹਾ ਕਿ ਮੈਨੂੰ ਇਹ ਦੱਸੋ ਬਈ ਦਿੱਲੀ ਦੇ ਅੰਦਰ ਕਿਹਨਾਂ ਦਾ ਰਾਜ ਰਿਹਾ। ਮੁਗਲਾਂ ਨੇ ਆਪਣੀ ਤਾਰੀਫ ਲਿਖੀ ਜਦੋਂ ਵੀ ਸਾਡੇ ਵੱਡਿਆਂ ਦਾ, ਬਾਬਰ ਦਾ, ਅਕਬਰ ਦਾ, ਜਹਾਂਗੀਰ ਦਾ, ਸ਼ਾਹਜਹਾਨ ਦਾ, ਔਰੰਗਜ਼ੇਬ ਦਾ ਰਾਜ ਰਿਹਾ। ਡੇਵਿਡ ਅਖਤਰ ਲੋਨੀ ਨੇ ਕਿਹਾ ਵੀ ਦਿੱਲੀ ਦੇ ਅੰਦਰ ਸਾਨੂੰ ਨੀਲਾ ਬਾਣਾ ਪਾਏ, ਹੱਥ 'ਚ ਬਰਛੇ ਫੜੇ, ਸਰਬ ਲੋਹ ਦੇ ਸ਼ਸਤਰ ਹੱਥ 'ਚ ਤਿਆਰ ਪਰ ਤਿਆਰ, ਜੰਗੀ ਪਹਿਰਾ, ਹੱਥਾਂ ਦੇ ਅੰਦਰ ਕੜੇ ਪਾਏ ਨੇ, ਕਿਰਪਾਨਾਂ ਪਾਈਆਂ, ਜੰਜੈਲਾਂ, ਬੰਦੂਕਾਂ। ਇਹ ਕੌਣ ਨੇ, ਇਹ ਦੱਸੋ। ਉੱਥੇ ਸ਼ਾਹ ਆਲਮ ਗੌਰ ਨੇ ਸੋਚਿਆ ਵੀ ਜੇ ਮੈਂ ਹੁਣ ਸਿੱਖਾਂ ਦੀ ਗੱਲ ਇਹਨਾਂ ਨੂੰ ਛੇੜ ਬੈਠਾ ਤੇ ਇਹਨਾਂ ਨੇ ਕਹਿਣਾ ਵੀ ਸਿੱਖਾਂ ਦਾ ਵੀ ਇਤਿਹਾਸ ਸਾਨੂੰ ਦੱਸੋ। ਜੇ ਸਿੱਖਾਂ ਦਾ ਇਤਿਹਾਸ ਗੋਰਿਆਂ ਨੇ ਪੜ੍ਹ ਲਿਆ ਤੇ ਸਾਡੇ ਲਈ ਬੜੀ ਮੁਸੀਬਤ ਬਣ ਜਾਵੇ, ਕਿਉਂਕਿ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ, ਜ਼ਕਰੀਆ ਖਾਨ ਵਰਗਿਆਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਖਦੇੜ ਕੇ
ਵਾਪਸ ਭੇਜਿਆ ਹੋਇਆ। ਸਿੱਖ ਇੱਕ ਅਣਖਲੀ ਕੌਮ ਨੇ, ਮਰ ਕੇ ਵੀ ਨਾ ਹਟਣ ਵਾਲੀ ਕੌਮ ਨੇ। ਮਰ ਹਟੇ ਤਾਂ ਮਰ ਕੇ ਹਟ ਜਾਂਦੇ ਨੇ। ਬਾਬਾ ਦੀਪ ਸਿੰਘ ਜੀ ਦਾ ਸੀਸ ਉਤਰ ਗਿਆ, ਮਰ ਕੇ ਵੀ ਨਹੀਂ ਹਟਦੇ। ਇਸ ਗੱਲ ਦੀ ਜਦੋਂ ਇਹਨਾਂ ਨੂੰ ਪਤਾ ਲੱਗੀ, ਗੋਰਿਆਂ ਨੂੰ ਗੱਲ, ਤੇ ਸ਼ਾਇਦ ਹੋ ਸਕਦਾ ਹੈ ਵੀ ਸਾਡੀ ਪੈਂਟ ਘਟ ਜਾਵੇ। ਸ਼ਾਹ ਆਲਮ ਗੌਰ ਨੇ ਝੂਠ ਬੋਲ ਦਿੱਤਾ ਕਿ ਆ ਡੇਵਿਡ ਸਾਹਿਬ ਇਹ ਗੱਲ ਝੂਠ ਹੈ, ਇਹ ਸਿੱਖ ਨੇ, ਇਹ ਜ਼ਰੈਮ ਪੇਸ਼ਾ ਕੌਮ ਨੇ ਜੋ ਜ਼ੁਲਮ ਕਰਦੇ ਨੇ। ਉਹਨੇ ਕਿਹਾ ਫਿਰ ਵੀ ਸਾਨੂੰ ਇਹਨਾਂ ਦਾ ਇਤਿਹਾਸ ਲਿਖ ਕੇ ਦਿਓ, ਸਾਨੂੰ ਲਿਖਤ ਚਾਹੀਦੀ ਹੈ। ਸ਼ਾਹ ਆਲਮ ਗੌਰ ਨੇ ਉਹ ਲਿਖਣ ਦੀ ਜੋ ਡਿਊਟੀ ਸੀਗੀ, ਉਹ ਆਪਣੇ ਇੱਕ ਮੁਸਲਮਾਨ ਬੰਦੇ ਤੋਂ ਝੂਠ ਇਤਿਹਾਸ ਸਿੱਖਾਂ ਦਾ ਲਿਖਵਾ ਕੇ ਸ਼ਾਹ ਆਲਮ ਗੌਰ ਨੇ ਡੇਵਿਡ ਅਖਤਰ ਲੋਨੀ ਨੂੰ ਪਕੜਾ ਦਿੱਤਾ। ਪਰ ਜੋ ਗੋਰੇ ਹੁੰਦੇ ਨੇ ਉਹ ਪੂਰੀ ਰਿਸਰਚ ਕਰਦੇ ਨੇ, ਡੀਪ ਰਿਸਰਚ ਕਰਦੇ ਨੇ। ਉਹਨਾਂ ਦੀ ਜੋ ਸੋਚ ਹੁੰਦੀ ਹੈ ਉਹ ਇੱਕ ਗੱਲ ਦੇ ਉੱਤੇ ਟਿਕਦੀ ਨਹੀਂ। ਡੇਵਿਡ ਅਖਤਰ ਲੋਨੀ ਨੇ ਲੁਧਿਆਣਾ, ਅੰਬਾਲਾ, ਕਰਨਾਲ ਦਾ ਡੀਸੀਸੀ ਕੈਪਟਨ ਮਰੀ, ਉਹ ਵੀ ਗੋਰਾ ਸੀ। ਉਸ ਦੀ ਡਿਊਟੀ ਲਗਾਈ ਵੀ ਪੰਜਾਬ ਦੇ ਅੰਦਰ, ਕਿਉਂਕਿ ਇਹ ਸਾਰਾ ਏਰੀਆ ਪੰਜਾਬ ਦਾ ਸੀ, ਇਹ ਸਾਰਾ ਜੋ ਪੰਜਾਬ ਦਾ ਇਲਾਕਾ ਸੀ ਉਹ ਕੈਪਟਨ ਮਰੀ ਦੇ ਕੋਲ ਆਉਂਦਾ ਸੀ। ਕੈਪਟਨ ਮਰੀ ਜਿਵੇਂ ਅੱਜ ਕਹਿ ਲਓ ਕਿ ਡੀਸੀ ਦੀ ਪਹੁੰਚ ਹੁੰਦੀ ਹੈ, ਕੈਪਟਨ ਮਰੀ ਡੀਸੀ ਸੀਗਾ। ਕੈਪਟਨ ਮਰੀ ਨੂੰ ਡੇਵਿਡ ਅਖਤਰ ਲੋਨੀ ਨੇ ਕਿਹਾ ਵੀ ਸਿੱਖਾਂ ਦਾ ਇਤਿਹਾਸ ਲਿਖਵਾ ਕੇ ਮੈਨੂੰ ਦਿਓ। ਕੈਪਟਨ ਮਰੀ ਨੇ ਬੂਟੇ ਸ਼ਾਹ ਮੌਲਵੀ, ਇੱਕ ਬਹੁਤ ਸਿਆਣਾ ਬੰਦਾ ਸੀ ਫਾਰਸੀ ਦਾ, ਉਸ ਨੂੰ ਬੁਲਾਇਆ। ਬੂਟੇ ਸ਼ਾਹ ਮੌਲਵੀ ਨੂੰ ਇਹ ਗੱਲ ਕਹੀ ਵੀ ਤੁਸੀਂ ਸਿੰਘਾਂ ਦਾ ਇਤਿਹਾਸ ਮੈਨੂੰ ਦੱਸੋ ਕੀ ਹੈ। ਬੂਟੇ ਸ਼ਾਹ ਮੌਲਵੀ ਬਹੁਤ ਚਲਾਕ ਸੀ, ਉਸਨੇ ਵੀ ਉਹੀ ਗੱਲ ਕਰੀ ਜੋ ਸ਼ਾਹ ਆਲਮ ਗੌਰ ਨੇ ਕਰੀ, ਬਈ ਸਿੰਘਾਂ ਦਾ ਜੋ ਇਤਿਹਾਸ ਸੀਗਾ ਉਹ ਠੀਕ ਤਰ੍ਹਾਂ ਸਾਰਿਆਂ ਨੂੰ ਨਾ ਦੱਸਿਆ ਤੇ ਝੂਠ ਹੀ ਲਿਖ ਦਿੱਤਾ ਬਈ ਇਹਨਾਂ ਜਿਹੜੇ ਸਿੱਖ ਹੋਏ ਨੇ ਇਹਨਾਂ ਨੇ ਧੱਕੇ ਦੇ ਨਾਲ ਬਾਦਸ਼ਾਹੀ ਲਈ ਹੈ ਤੇ ਬਾਅਦ ਚੋਂ ਇਹਨਾਂ ਨੂੰ ਬਾਦਸ਼ਾਹੀ ਸ਼ਹੀਦ ਕਰਕੇ ਮਰਵਾ ਕੇ ਅਸੀਂ ਖੋਹ ਲਈਏ ਮੁਗਲਾਂ। ਇਹ ਗੱਲ ਝੂਠੀ ਲਿਖਵਾ ਦਿੱਤੀ। ਕੈਪਟਨ ਮਰੀ ਨੇ ਵੀ ਡੇਵਿਡ ਅਖਤਰ ਲੋਨੀ ਦੀ ਤਰ੍ਹਾਂ ਹੀ ਬੂਟੇ ਸ਼ਾਹ ਮੌਲਵੀ ਤੇ ਵਿਸ਼ਵਾਸ ਨਾ ਕੀਤਾ। ਉਸਨੇ ਲੁਧਿਆਣੇ ਦੇ ਅੰਦਰ ਇੱਕ ਮੀਟਿੰਗ ਬੁਲਾਈ। ਉਸ ਮੀਟਿੰਗ ਦੇ ਅੰਦਰ ਉਸਨੇ ਸਾਰੇ ਸਿੱਖ ਸਕਾਲਰ, ਫਾਰਸੀ ਦੇ ਸਕਾਲਰ, ਉਰਦੂ ਦੇ ਵਿਦਵਾਨ, ਹਿੰਦੂ ਦੇ ਪੰਡਤ ਬੁਲਾਏ ਤੇ ਉਹ ਜਿਹੜਾ ਗ੍ਰੰਥ ਸੀਗਾ ਜੋ ਬੂਟੇ ਸ਼ਾਹ ਮੌਲਵੀ ਨੇ ਸਿੱਖਾਂ ਦੇ ਬਾਰੇ ਝੂਠ ਲਿਖਿਆ ਸੀ ਉਹ ਵੀ ਰੱਖਿਆ ਗਿਆ। ਜਦੋਂ ਗ੍ਰੰਥ ਰੱਖਿਆ ਗਿਆ ਤੇ ਭਾਈ ਰਤਨ ਸਿੰਘ ਜੀ ਭੰਗੂ, ਮੈਂ ਉਹਨਾਂ ਦੇ ਬਾਰੇ ਵੀ 2 ਮਿੰਟ ਜ਼ਰੂਰ ਦੱਸਾਂਗਾ ਵੀ ਉਹ ਕੌਣ ਹੋਏ। ਭਾਈ ਰਤਨ ਸਿੰਘ ਜੀ ਭੰਗੂ ਜੋ ਸ਼ਹੀਦ ਭਾਈ ਮਹਿਤਾਬ ਸਿੰਘ ਦੇ ਪੋਤਰੇ ਨੇ, ਉਹ ਉਸ ਕਚਹਿਰੀ ਦੇ ਅੰਦਰ ਬੈਠੇ ਸੀ। ਉਹ ਗ੍ਰੰਥ ਦੇ ਅੰਦਰ ਲਿਖਦੇ ਨੇ, ਉਸ ਕਚਹਿਰੀ ਮੈਂ ਹਮ ਥੇ ਗਏ, ਅਸੀਂ ਉਸ ਕਚਹਿਰੀ 'ਚ ਬੈਠੇ ਸੀਗੇ। ਕਹਿੰਦੇ ਅਸੀਂ ਕੈਪਟਨ ਮਰੀ ਨੂੰ ਕਿਹਾ ਕਿ ਸਾਡਾ ਇਤਿਹਾਸ ਲਿਖਿਆ ਹੈ, ਸਾਨੂੰ ਪੜਵਾਓ। ਭਾਈ ਰਤਨ ਸਿੰਘ ਜੀ ਭੰਗੂ ਫਾਰਸੀ ਦੇ ਤੇ ਇੰਗਲਿਸ਼ ਦੇ ਬਹੁਤ ਵੱਡੇ ਵਿਦਵਾਨ ਸੀ। ਅੱਜ ਸਿੰਘਾਂ ਦਾ ਖਾਲਸਾ ਜੀ ਪੜ੍ਹਨਾ ਬਹੁਤ ਜ਼ਰੂਰੀ ਹੈ। ਤੁਹਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਆਉਣੀ ਚਾਹੀਦੀ ਹੈ। ਉਹ ਤੁਹਾਡੀ ਕੌਮ ਦਾ ਸਭ ਤੋਂ ਵੱਡਾ ਪ੍ਰਚਾਰ ਹੈ। ਤੁਸੀਂ ਕੋਈ ਵੀ ਧਰਮ ਪੜ੍ਹੋ, ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਤੁਸੀਂ ਕਿਸੇ ਵੀ ਧਰਮ ਦੇ ਉੱਤੇ PhD ਕਰੋ, ਪਰ ਤੁਹਾਨੂੰ ਆਪਣੇ ਇਸ਼ਟ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਦਸਮ ਗ੍ਰੰਥ ਸਾਹਿਬ ਦੇ ਉੱਤੇ, ਸਰਬ ਲੋ ਮਹਾਰਾਜ ਤੇ, ਭਾਈ ਗੁਰਦਾਸ ਦੀ ਵਾਰਾਂ ਤੇ, ਭਾਈ ਨੰਦ ਲਾਲ ਦੀ ਬਾਣੀ ਤੇ, ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਤੇ, ਸੂਰੀ ਤੇ ਨੱਕੇ ਜਿੰਨਾ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ। ਜੇ ਕੋਈ ਤੁਹਾਡੇ ਮਨ 'ਚ ਸ਼ੰਕਾ ਪਾਣਾ ਚਾਹੇ ਤੇ ਕਿਰਪਾਨ ਨੂੰ ਵੀ ਹੱਥ ਪਾਣਾ ਪੈ ਜਾਏ ਤੇ ਪਾ ਲਿਓ, ਧਰਮ ਦੀ ਗੱਲ ਹੋਵੇਗੀ, ਕੋਈ ਅਧਰਮ ਨਹੀਂ ਹੋਵੇਗਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਜੰਦ ਭਾਈ ਰਤਨ ਸਿੰਘ ਭੰਗੂ ਨੇ ਉਹ ਗ੍ਰੰਥ ਚੱਕ ਲਿਆ ਤੇ ਜਦੋਂ ਉਸ ਗ੍ਰੰਥ ਦਾ ਤਤਕਰਾ ਖੋਲਿਆ, ਇੰਡੈਕਸ ਖੋਲਿਆ ਤੇ ਉਹ ਦੇਖ ਕੇ ਪੁਚੱਕੇ ਰਹਿ ਗਏ।
ਬਈ ਸਾਡੀ ਦਲੇਰਾਂ ਦੀ ਕੌਮ, ਸਾਡੀ ਸ਼ਹਾਦਤਾਂ ਵਾਲੀ ਕੌਮ, ਕੁਰਬਾਨੀਆਂ ਵਾਲੀ ਕੌਮ, ਤੇ ਇਹਨਾਂ ਨੇ ਇਸ ਤਰ੍ਹਾਂ ਪੇਸ਼ ਕੀਤੀ ਹੈ। ਭਾਈ ਰਤਨ ਸਿੰਘ ਜੀ ਭੰਗੂ ਨੇ ਕਿਹਾ ਉੱਥੇ ਕਚਹਿਰੀ ਦੇ ਅੰਦਰ, ਕਹਿੰਦੇ ਇਨ ਗੱਲ ਸਿੰਘਨ ਖਾਲਸੇ ਕਹੀ ਨਾ ਸਾਰੀ, ਖਾਲਸੇ ਦੀ ਗੱਲ ਇਹਨੇ ਪੂਰੀ ਨਹੀਂ ਕਹੀ। ਕੈਪਟਨ ਮਰੀ ਨੂੰ ਕਿਹਾ ਸਾਨੂੰ ਕੁਝ ਕੁ ਦਿਨ ਦਾ ਸਮਾਂ ਦਿਓ, ਅਸੀਂ ਤੁਹਾਨੂੰ ਸਿੱਖਾਂ ਦਾ ਇਤਿਹਾਸ ਲਿਖ ਕੇ ਦੇਵਾਂਗੇ। ਕੈਪਟਨ ਮਰੀ ਨੇ ਕਿਹਾ ਬਿਲਕੁਲ ਠੀਕ ਹੈ ਜੀ, ਤੁਸੀਂ ਲਿਖੋ ਇਤਿਹਾਸ ਸਿੰਘਾਂ ਦਾ। ਉੱਥੇ ਭਾਈ ਰਤਨ ਸਿੰਘ ਜੀ ਭੰਗੂ ਨੇ ਆ ਗ੍ਰੰਥ ਤਿਆਰ ਕੀਤਾ। ਅੱਜ ਖਾਲਸੇ ਪੰਥ ਦੇ ਅੰਦਰ ਇਸ ਗੱਲ ਦੀ ਬੜੀ ਨਮੋਸ਼ੀ ਹੈ ਬਈ ਅਸੀਂ ਇਹ ਗ੍ਰੰਥਾਂ ਨੂੰ ਪੜ੍ਹਦੇ ਨਹੀਂ ਸੰਗਤ ਜੀ। ਜੇ ਤੁਸੀਂ ਕਦੀ ਇਹ ਗ੍ਰੰਥ ਭਾਵਨਾ ਦੇ ਨਾਲ ਰਾਤ ਨੂੰ ਚੱਕ ਲਓ ਨਾ, ਤੇ ਮੇਰੇ ਖਿਆਲ ਤੁਹਾਨੂੰ ਨੀਂਦ ਨਾ ਆਵੇ ਆਪਣੇ ਸਿੰਘਾਂ ਦਾ ਜੁਝਾਰ ਭਰਿਆ ਇਤਿਹਾਸ ਪੜ੍ਹ ਕੇ। ਟਕਸਾਲ ਦੇ ਅੰਦਰ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਇਹ ਗ੍ਰੰਥ ਪੜ੍ਹਿਆ ਕਰਦੇ ਸੀ, ਉਹਨਾਂ ਨੇ ਆਪਣਾ ਜੀਵਨ ਲਿਖਿਆ। ਗਿਆਨੀ ਕਿਰਪਾਲ ਸਿੰਘ ਹੋਰਾਂ ਨੇ, ਪੋਥੀ ਦਾ ਨਾਮ ਹੈ ਗੁਰਮਤਿ ਪ੍ਰਕਾਸ਼। ਕਹਿੰਦੇ ਜਦੋਂ ਸੰਤ ਰਾਤ ਨੂੰ ਇਹ ਜੀਵਨ ਪੜ੍ਹਦੇ ਸੀ ਨਾ, ਸੰਤ ਫਿਰ ਸੋ ਨਹੀਂ ਪਾਉਂਦੇ ਸੀਗੇ। ਜੋ ਬਚਨ ਲਿਖਿਆ ਮੈਂ ਤੁਹਾਨੂੰ ਇੱਕ ਮਿੰਟ ਸੁਣਾਉਣ ਲੱਗਾ, ਤੁਸੀਂ ਪੋਥੀ ਚੋਂ ਪੜ੍ਹ ਲਿਓ। ਪੰਜੋਖਰਾ ਸਾਹਿਬ ਦੀ ਧਰਤੀ ਦੇ ਉੱਤੇ ਸੰਤ ਰਾਤ ਨੂੰ ਇਹ ਪੋਥੀ ਪੜ੍ਹ ਰਹੇ ਸੀ, ਤੇ ਸੰਤਾਂ ਦਾ ਨੇਮ ਸੀ 2 ਵਜੇ ਉੱਠਣ ਦਾ। ਉਸ ਦਿਨ ਸੰਤ ਸੋਏ ਨਾ, ਤੇ ਜਦੋਂ ਇਸ਼ਨਾਨ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਰੋਵਰ ਤੇ ਗਏ, ਤੇ ਉੱਥੇ ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣੀ ਚੌਫੇਰੇ ਪ੍ਰਕਰਮਾਂ ਦੇ ਅੰਦਰ। ਤੇ ਜਦੋਂ ਚੌਫੇਰੇ ਆਵਾਜ਼ ਸੁਣੇ, ਮਹਾਂਪੁਰਖਾਂ ਨੇ ਇੱਧਰ ਉੱਧਰ ਦੇਖਿਆ ਵੀ ਕੋਈ ਹੈ ਨਹੀਂ ਸਿੰਘ, ਤੇ ਉੱਥੇ ਦੇ ਜੋ ਹਜੂਰੀ ਸਿੰਘ ਸੀਗੇ, ਜਿਨ੍ਹਾਂ ਚੋਂ ਸਿਰਮੌਰ ਬਾਬਾ ਆਤਮਾ ਸਿੰਘ ਜੀ ਮਹਾਂਪੁਰਸ਼ ਅਖੰਡ ਕੀਰਤਨੀ ਜਥੇ ਵੇਲੇ ਜਿਹੜੇ 36 ਘੰਟੇ ਕੀਰਤਨ ਕਰਦੇ ਸੀ, ਉਹ ਮਹਾਂਪੁਰਖਾਂ ਨੇ ਵੱਡੇ ਸੰਤਾਂ ਨੂੰ ਗੱਲ ਕਹੀ। ਕਹਿੰਦੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਇੱਥੇ ਆ ਕੇ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲੇ। ਇਹ ਜੋ ਤੁਹਾਨੂੰ ਆਵਾਜ਼ ਆ ਰਹੀ ਹੈ, ਇਹ ਕਦੇ ਕਦੇ ਕਈ ਸਿੰਘਾਂ ਨੂੰ ਆਉਂਦੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਆਪ ਆਉਂਦੇ। ਤੁਹਾਨੂੰ ਮੇਰੀ ਗੱਲ ਤੇ ਦਬਾਰ ਨਹੀਂ। ਬਾਬਾ ਰਜਿੰਦਰ ਸਿੰਘ ਜੀ ਨੇ ਪੰਜੋਖਰਾ ਸਾਹਿਬ ਰੋਜ਼ ਕਥਾ ਸੁਣਨ ਆਉਂਦੇ ਨੇ। ਬਜ਼ੁਰਗ ਨੇ, 75 ਸਾਲ ਤੋਂ ਵੱਧ ਉਮਰ ਹੈ। ਭਾਈ ਆਤਮਾ ਸਿੰਘ ਜੀ ਦੇ ਨਾਲ ਉਹਨਾਂ ਨੇ ਆਪਣਾ ਬਚਪਨ ਤੋਂ ਲੈ ਕੇ ਜਵਾਨੀ ਸਾਰੀ ਬਤੀਤ ਕੀਤੀ ਹੈ। ਉਹ ਤੁਹਾਨੂੰ ਇਹ ਬਚਨ ਇਨ ਵਿੱਚ ਸੁਣਾ ਦੇਣਗੇ, ਤੁਸੀਂ ਉਹਨਾਂ ਨੂੰ ਮਿਲ ਲਿਓ ਜਾ ਕੇ। ਪੰਜੋਖਰਾ ਸਾਹਿਬ ਹੀ ਰਹਿੰਦੇ ਨੇ ਬਜ਼ੁਰਗ। ਤੇ ਉਹ ਜਦੋਂ ਰਾਤ ਸੰਤ ਪੋਥੀ ਪੜ੍ਹਦੇ ਸੀਗੇ, ਫਿਰ ਸੋ ਨਹੀਂ ਪਾਉਂਦੇ ਸੀਗੇ। ਕਹਿੰਦੇ ਸਾਡੇ ਸਿੰਘਾਂ ਦਾ ਸਿਦਕ ਕਿੰਨਾ ਸੀ, ਸਿੰਘਾਂ ਦਾ ਜਜ਼ਬਾ ਕਿੰਨਾ ਸੀ, ਸਿੰਘਾਂ ਦਾ ਜੋਸ਼ ਕਿੰਨਾ ਸੀ, ਬਹਾਦਰੀ ਕਿੰਨੀ ਸੀਗੀ, ਗੁਰੂ ਦੇ ਲਈ ਪ੍ਰੇਮ ਕਿੰਨਾ ਸੀ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸੋ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਵੀ ਅਸੀਂ ਗ੍ਰੰਥ ਲਿਖਾਂਗੇ। ਭਾਈ ਰਤਨ ਸਿੰਘ ਜੀ ਭੰਗੂ ਨੇ ਇਹ ਸਾਰਾ ਗ੍ਰੰਥ ਲਿਖਿਆ। ਇਸ ਗ੍ਰੰਥ ਦੇ ਅੰਦਰ ਬਾਬੇ ਬੰਦੇ ਬਹਾਦਰ ਤੋਂ ਬਾਅਦ ਸ਼ੁਰੂ ਹੋ ਕੇ 17ਵੀਂ ਤੇ 18ਵੀਂ ਸਦੀ ਦਾ ਇਤਿਹਾਸ, ਜੋ ਸਿੰਘਾਂ ਦੇ ਲਈ ਇੱਕ ਕਹਿਰ ਦਾ ਰੂਪ ਸੀਗਾ। ਜਦੋਂ 12 ਮਿਸਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਫੇਰੂ ਹੋਇਆ ਪੰਥ, 2 ਗ੍ਰੰਥ ਹੋਰ ਨੇ, ਉਹ ਸੋਹਣ ਸਿੰਘ ਸ਼ੀਤਲ ਨੇ ਲਿਖੇ ਨੇ, ਸਿੱਖ ਰਾਜ ਕਿਵੇਂ ਗਿਆ ਤੇ ਸਿੱਖ ਰਾਜ ਕਿਵੇਂ ਬਣਿਆ। ਉਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਦੀ, ਹੁੰਦੇ ਦੀ ਤੇ ਬਾਅਦ ਦੀ ਕਥਾ ਹੈ। ਉਸ ਤੋਂ ਬਾਅਦ ਤੁਸੀਂ ਆਹ ਗ੍ਰੰਥ ਪੜ੍ਹੋਗੇ ਤਾਂ ਤੁਹਾਨੂੰ ਕਾਫੀ ਕੁਝ ਰਸਦਾ ਮਿਲਦਾ ਮਹਿਸੂਸ ਹੋਵੇਗਾ। ਤੋ ਸਿੱਖ ਜਥੇਬੰਦੀਆਂ ਦਾ ਇਤਿਹਾਸ 12 ਮਿਸਲਾਂ ਦਾ ਉਹਨਾਂ ਨੇ ਲਿਖਿਆ, ਸੋਹਣ ਸਿੰਘ ਜੀ ਸ਼ੀਤਲ ਨੇ, ਜੋ ਬੜੇ ਵਿਦਵਾਨ ਮਹਾਂਪੁਰਸ਼ ਢਾਡੀ ਹੋਏ ਨੇ, ਬੜੇ ਪ੍ਰੇਮ ਵਾਲੇ ਗੁਰੂ ਕੇ। ਉਪਰੰਤ ਫੇਰ ਆਹ ਗ੍ਰੰਥ ਪੜ੍ਹੋਗੇ ਤੁਹਾਨੂੰ ਇੱਕ ਸੀਰੀਜ਼ ਬਣ ਜਾਏਗੀ ਵੀ ਸਾਡੇ ਸਿੰਘਾਂ ਦੇ ਉੱਤੇ ਕਿੱਦਾਂ ਕਿੱਦਾਂ ਸਾਡਾ ਇਤਿਹਾਸ ਹੈ। ਸੋ ਭਾਈ ਰਤਨ ਸਿੰਘ ਭੰਗੂ ਕੌਣ ਨੇ? ਅਗਲਾ ਪ੍ਰਸ਼ਨ। ਕਥਾ ਦਾ ਭੋਗ ਅਸੀਂ ਪੌਣੇ 8 ਹੀ ਪਾਣਾ, ਕੋਈ ਵੱਧ ਨਹੀਂ ਟਾਈਮ ਕਰਨਾ। ਮੈਂ ਕਿਉਂ ਕੁਮਾਤਰੀ ਬੇਨਤੀ ਕਰਕੇ ਆਪਾਂ ਪ੍ਰਸੰਗ ਵੱਲ ਆਈਏ। ਸੋ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ, ਜਿਨ੍ਹਾਂ ਨੇ ਮੱਸੇ ਰੰਗੜ ਦਾ 1740 ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਜੋ ਬੇਦਬੀ ਕਰ ਰਿਹਾ ਸੀ,
ਉਸ ਦਾ ਸੀਸ ਵੱਢਿਆ ਸੀ ਨਾ, ਉਹ ਭਾਈ ਮਹਿਤਾਬ ਸਿੰਘ ਨੇ ਵੱਢਿਆ ਸੀ। ਉਹਨੂੰ ਬਰਛੇ ਦੇ ਉੱਤੇ ਟੰਗ ਕੇ ਬਾਬਾ ਸੁੱਖਾ ਸਿੰਘ ਜੀ, ਜਿਸ ਤਰ੍ਹਾਂ ਫੁੱਟਬਾਲ ਡੇਗੀ ਦੀ ਹੈ ਨਾ, ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਡੋਲਤਾ ਸੀਗਾ। ਕਿਹਾ ਬਾਬਾ ਜੀ ਅਸੀਂ ਤੁਹਾਨੂੰ ਇੱਕ ਸਹੁੰ ਪਾ ਕੇ ਗਏ ਸੀ ਤੁਹਾਡੇ ਚਰਨਾਂ ਤੋਂ, ਬਈ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਦਬੀ ਕੀਤੀ ਹੈ, ਅਸੀਂ ਉਹਨਾਂ ਦਾ ਸੀਸ ਤੁਹਾਡੇ ਚਰਨਾਂ 'ਚ ਰੋੜ ਦੇਵਾਂਗੇ। ਤੇ ਜਦੋਂ ਭਾਈ ਸੁੱਖਾ ਸਿੰਘ ਤੇ ਮੈਂ ਉਹ ਵੀ ਕਥਾ ਦੇ ਅੰਦਰ ਲਿਖੀ ਹੈ ਸਾਰੀ, ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਘੋੜੇ ਤੇ ਚੜੇ ਬਠਿੰਡੇ ਤੋਂ, ਸਾਬੋ ਵੀ ਤਲਵੰਡੀ ਤੋਂ, ਤੇ ਘੋੜੇ ਤੇ ਚੜੇ ਅਕਾਲ ਅਕਾਲ ਜਪਦੇ ਬਿਆਸਾ ਦੇ ਕੋਲ ਆ ਕੇ ਆਪਣਾ ਰੂਪ ਜਿਹੜਾ ਹੈ ਉਹ ਤੁਰਕਾਂ ਵਾਲਾ ਬਣਾ ਲਿਆ। ਉੱਪਰ ਟੋਪੀ ਕਰ ਲਈ, ਦਾੜਾ ਖੋਲ ਲਿਆ ਤੇ ਬਰਛਾ ਮੋਢੇ ਤੇ ਰੱਖ ਕੇ ਦਰਬਾਰ ਸਾਹਿਬ ਇਲਾਚੀ ਬੇਰੀ ਦੇ ਕੋਲ ਪਹੁੰਚੇ। ਦੋਨਾਂ ਨੇ ਆਪਣਾ ਘੋੜਾ ਵੱਜਿਆ ਤੇ ਬਾਹਰ ਜਿੱਥੇ 84 ਪੌੜੀਆਂ ਦਰਬਾਰ ਸਾਹਿਬ ਦੀ ਸ਼ੁਰੂ ਹੁੰਦੀਆਂ, ਉੱਥੇ ਸਿੰਘਾਂ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਕਿਹਾ ਸੱਚੇ ਪਾਤਸ਼ਾਹ ਸਾਡੀ ਜਾਨ ਤਾਂ ਚਲੀ ਜਾਵੇ ਅੱਜ ਤੇਰੇ ਦਰ ਤੋਂ, ਪਰ ਤੇਰੇ ਦਰਬਾਰ ਦੇ ਅੰਦਰ ਜੋ ਮਸੰਦ ਬੇਦਬੀ ਕਰ ਰਹੇ ਨੇ, ਅੱਜ ਉਹਨਾਂ ਦਾ ਸੀਸ ਲੈ ਕੇ ਜਾਣ ਦਾ ਸਾਡਾ ਪ੍ਰਣ, ਸਾਨੂੰ ਜਾਨ ਦੀ ਪਰਵਾਹ ਨਹੀਂ, ਸਾਨੂੰ ਪਰਵਾਹ ਨਹੀਂ ਹੈ ਸਾਡੇ ਟੁੱਟੇ ਟੁੱਟੇ ਹੋ ਜਾਣ, ਪਰ ਜਿਨ੍ਹਾਂ ਨੇ ਤੇਰੇ ਦਰਬਾਰ ਦੇ ਅੰਦਰ ਮਦਰਾ ਪੀ ਕੇ ਕੰਜਰੀਆਂ ਨਚਾਈਆਂ, ਉਹਨਾਂ ਨੂੰ ਲੈ ਕੇ ਜਾਣਾ ਹੈ ਪਰਚੇ ਦੀ ਨੋਕ ਤੇ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਕਮਰ ਕੱਸੇ ਦੇ ਅੰਦਰ ਅਸ਼ਰਫੀਆਂ ਦੀ ਥੈਲੀ, ਜਿਹਦੇ ਅੰਦਰ ਬੱਕਰੀਆਂ ਦੀ ਬਿੱਠ, ਰੋੜੀਆਂ ਤੇ ਗੰਦ ਭਰ ਗਏ, ਉਹ ਗੰਦ ਜਦੋਂ ਕੱਢ ਕੇ ਉਹਨਾਂ ਨੇ ਕਿਹਾ ਖਾਨ ਸਾਹਿਬ, ਜਦ ਮੱਸੇ ਰੰਗੜ ਦੇ ਕੋਲ ਦਰਬਾਰ ਦੇ ਅੰਦਰ ਪਹੁੰਚ ਗਏ ਤੇ ਉਹ ਮੰਜੇ ਦੇ ਉੱਤੇ ਬੈਠਾ ਸ਼ਰਾਬ ਦਾ ਰੱਜਿਆ ਹੋਇਆ ਕੰਜਰੀਆਂ ਦਾ ਨਾਚ ਦੇਖ ਰਿਹਾ ਸੀ। ਸਿੰਘਾਂ ਦੇ ਅੰਦਰ ਰੋਹ ਦਾ ਉਹ ਬਾਲਾ ਆਇਆ ਕਿ ਅੱਜ ਟੋਟੇ ਟੋਟੇ ਵੱਢ ਕੇ ਲੈ ਜਾਾਂਗੇ। ਉਹਨਾਂ ਨੇ ਜਿੱਦਾਂ ਹੀ ਅਸ਼ਰਫੀਆਂ ਦੀ ਥੈਲੀ ਥੱਲੇ ਸੁੱਟੀ ਤੇ ਮੱਸਾ ਰੰਗੜ ਥੱਲੇ ਨੂੰ ਝੁਕਿਆ, ਭਾਈ ਮਹਿਤਾਬ ਸਿੰਘ ਬਿਜਲੀ ਦੀ ਤਰ੍ਹਾਂ ਆਪਣੀ ਕੜਕ ਦੀ ਤੇਗ ਕੱਢ ਕੇ ਮੱਸੇ ਰੰਗੜ ਦਾ ਸੀਸ ਵੱਢ ਲਿਆ ਤੇ ਉਛਾਲ ਕੇ ਹਵਾ ਦੇ ਅੰਦਰ ਬਾਬੇ ਸੁੱਖਾ ਸਿੰਘ ਹੋਣਾ ਨੇ ਬਰਛੇ 'ਚ ਪਰੋ ਕੇ ਬਿਜਲੀ ਦੀ ਤਰ੍ਹਾਂ ਵਾਪਸ ਘੋੜੇ ਤੇ ਬੈਠ ਕੇ ਹੋ ਗਏ ਸਾਬੋ ਦੀ ਤਲਵੰਡੀ। ਜਦੋਂ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਜੀ ਨੇ ਮੱਸੇ ਰੰਗੜ ਦਾ ਸੀਸ ਵੱਢਿਆ, ਪੂਰੀ ਕੌਮ ਦਾ ਸਿਰ ਫਕਰ ਦੇ ਨਾਲ ਉੱਚਾ ਹੋ ਗਿਆ ਤੇ ਇਤਿਹਾਸ ਰਚ ਦਿੱਤਾ ਸਿੰਘਾਂ ਨੇ, ਬਈ ਸਾਡੀ ਜਿਹੜੀ ਕੌਮ ਹੈ ਉਹ ਆਪਣਾ ਬਦਲਾ ਲੈਣਾ ਜਾਣਦੀ ਹੈ। ਜੇ ਕਦੇ ਦਿੱਲੀ ਦੀ ਰਾਣੀ ਨੇ 84 ਦੇ ਅੰਦਰ ਹੰਕਾਰ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਦਬੀ ਕੀਤੀ ਸੀ ਨਾ, ਫਿਰ ਦੋ ਯੋਧੇ ਖੜੇ ਹੋਏ ਸੀਗੇ, ਉਹਨਾਂ ਨੇ ਸੰਤਾਂ ਨੂੰ ਬੇਨਤੀ ਕਰੀ ਸੀ, ਮਹਾਂਪੁਰਸ਼ੋ ਬਈ ਇਹਨੇ ਬੇਦਬੀ ਤਾਂ ਕਰ ਲਈ ਹੈ, ਪਰ ਅਸੀਂ ਇਤਿਹਾਸ ਜ਼ਰੂਰ ਦੁਹਰਾਵਾਂਗੇ। ਭਾਈ ਸਤਵੰਤ ਸਿੰਘ ਮਲੋਏ ਪਿੰਡ ਦੇ ਰਹਿਣ ਵਾਲੇ, ਚੰਡੀਗੜ੍ਹ ਦੇ ਕੋਲ, ਤੇ ਭਾਈ ਬੇਅੰਤ ਸਿੰਘ, ਦੋਨਾਂ ਨੇ ਜਿੱਥੇ ਰਾਣੀ ਦਾ ਘਰ ਸੀ ਬਾਹਰ ਡਿਊਟੀ ਸੀ, ਤੇ ਭਾਈ ਸਤਵੰਤ ਸਿੰਘ ਨੇ ਬਹਾਨਾ ਲਾਇਆ ਕਿ ਮੇਰਾ ਪੇਟ ਠੀਕ ਨਹੀਂ, ਮੈਨੂੰ ਬਾਰ-ਬਾਰ ਵਾਸ਼ਰੂਮ ਜਾਣਾ ਪੈ ਰਿਹਾ, ਮੇਰੀ ਡਿਊਟੀ ਅੰਦਰ ਕਰ ਦਿਓ। ਭਾਈ ਬੇਅੰਤ ਸਿੰਘ ਦੀ ਬਹੁਤ ਰਾਣੀ ਦੀ ਨਿਗਾਹ ਦੇ ਅੰਦਰ ਇੱਜ਼ਤ ਸੀ, ਉਹਦੀ ਡਿਊਟੀ ਅੰਦਰ ਆ ਗਈ ਤੇ ਭਾਈ ਬੇਅੰਤ ਸਿੰਘ ਦੇ ਕੋਲ ਰਿਵਾਲਵਰ ਸੀ, ਭਾਈ ਸਤਵੰਤ ਸਿੰਘ ਦੇ ਕੋਲ ਸਟੇਨ ਗਨ ਸੀ ਤੇ ਯੋਧੇ ਭਾਈ ਸਤਵੰਤ ਸਿੰਘ ਨੇ ਸਟੇਨ ਗਨ ਦੇ ਅੰਦਰ 27 ਗੋਲੀਆਂ ਪੈਂਦੀਆਂ ਤੇ ਰਾਣੀ ਨੂੰ ਲਲਕਾਰ ਕੇ ਕਿਹਾ, ਮੈਡਮ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਜੋ ਅਕਾਲ ਤਖਤ ਸਾਹਿਬ ਤੇ ਸਾਡੇ ਗੋਲੇ ਚਲਾਏ ਨੇ ਨਾ, ਇਹ ਸਿੰਘ ਤੇਰੀ ਛਾਤੀ ਤੇ ਗੋਲੀਆਂ ਮਾਰ ਕੇ ਬਦਲਾ ਲੈ ਰਹੇ ਨੇ। 27 ਦੀ 27 ਗੋਲੀਆਂ ਯੋਧੇ ਨੇ ਪਾਰ ਹੀ ਕਰ ਦਿੱਤੀਆਂ ਸਟੇਨ ਗਨ ਦੀ, ਤੇ 3 ਗੋਲੀਆਂ ਭਾਈ ਬੇਅੰਤ ਸਿੰਘ ਨੇ ਮੱਥੇ ਦੇ ਅੰਦਰ
ਨਿਸ਼ਾਨਾ ਚੂਕ ਸੀ ਗਲੇ ਦੇ ਅੰਦਰ ਤੇ ਇੱਕ ਦਿਲ ਦੇ ਅੰਦਰ। ਏਮਸ ਦੇ 70 ਡਾਕਟਰਾਂ ਦੀ ਟੀਮ ਲੱਗੀ ਰਹੀ, ਪਰ ਰਾਣੀ ਨੂੰ ਕਹਿੰਦੇ ਡਾਕਟਰ ਕਹਿ ਰਹੇ ਸੀ ਕਿ ਅਸੀਂ ਜਿੰਦੀ ਕਰ ਲਾਂਗੇ, ਬਚਾ ਲਾਂਗੇ, ਡਰੋ ਨਾ। ਰਾਜੀਵ ਗਾਂਧੀ ਨੂੰ ਗੱਲ ਕਹਿ ਦਿੱਤੀ ਸੀ, ਪਰ ਉਹ ਯੋਧਿਆਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਸਿੰਘਾਂ ਦਾ ਦਾਲ ਆਇਆ ਹੋਇਆ ਹੈ, ਸਾਡੇ ਕਲਗੀਧਰ ਪਾਤਸ਼ਾਹ ਦਾ ਸਾਨੂੰ ਵਰ ਹੈ। ਭੰਗਾਣੀ ਦੇ ਜੰਗ ਦੇ ਅੰਦਰ ਇੱਕੋ ਵਾਰ ਮਾਰਿਆ ਸੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਸਾਨੂੰ ਵਰ ਹੈ, ਹਰਾਮਖੋਰ ਕਰਦੇ ਨੇ ਦੂਜਾ ਵਾਰ, ਸਾਡਾ ਇੱਕੋ ਵਾਰ ਹੀ ਹੁੰਦਾ ਹੈ। ਮੱਸੇ ਰੰਗੜ ਨੂੰ ਕਦੇ ਮਾਰਿਆ ਸੀ, ਅੱਜ ਰਾਣੀ ਤੇਰੀ ਛਾਤੀ ਦੇ ਅੰਦਰ 30 ਗੋਲੀਆਂ ਕੱਢੀਆਂ। 70 ਡਾਕਟਰਾਂ ਦੀ ਟੀਮ ਲੱਗੀ ਰਹੀ, ਇੱਕ ਵੀ ਗੋਲੀ ਐਸੀ ਨਾ ਕੱਢ ਸਕੇ। ਸਾਰੀਆਂ ਕਹਿੰਦੇ 17 ਗੋਲੀਆਂ ਕੱਢ ਲਈਆਂ ਸੀ, ਪਰ ਜੋ ਗੋਲੀਆਂ ਜਾਨ ਲੈਣ ਲਈਆਂ ਸੀਗੀਆਂ ਉਹ ਗੋਲੀਆਂ ਨਾ ਕੱਢ ਸਕੇ। 57 ਗੋਲੀਆਂ ਅੰਦਰ ਰਹੀਆਂ ਤੇ ਰਾਣੀ ਚੜਾਈ ਕਰ ਗਈ। ਸਾਡਾ ਇਤਿਹਾਸ ਹੈ, ਸਾਡੀ ਸੂਰਮਤਾ ਦੀ ਕੌਮ ਹੈ। ਸਾਡੀ ਕੌਮ ਦੇ ਅੰਦਰ ਬਾਬਾ ਦੀਪ ਸਿੰਘ ਜੀ ਕਦੀ ਗਏ ਸੀਗੇ ਤੇ ਹੱਥ ਧਾਰ ਲਿਆ ਸੀ ਵੀ ਮਹਾਰਾਜ ਸੀਸ ਦਵਾਂਗੇ ਤੇ ਤੁਹਾਡੀ ਪਰਿਕਰਮਾ ਚ ਦਵਾਂਗੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਘਟ ਮਰੈ ਕਬੂ ਨ ਛਾੜੈ ਖੇਤ। ਭਾਈ ਰਤਨ ਸਿੰਘ ਜੀ ਭੰਗੂ ਉਹ ਭਾਈ ਮਹਿਤਾਬ ਸਿੰਘ ਦੇ ਪੋਤਰੇ ਨੇ। ਉਹਨਾਂ ਦੇ ਪਿਤਾ ਕੌਣ ਨੇ ਉਹ ਵੀ ਸੁਣ ਲਓ। ਉਹਨਾਂ ਦੇ ਪਿਤਾ ਦਾ ਨਾਮ ਹੈ ਭਾਈ ਰਾਏ ਸਿੰਘ। ਭਾਈ ਰਾਏ ਸਿੰਘ ਜਦੋਂ ਮੱਸੇ ਰੰਗੜ ਦਾ ਸੀਸ ਵੱਢਿਆ ਤੇ ਭਾਈ ਮਹਿਤਾਬ ਸਿੰਘ ਨੇ ਸੋਚਿਆ ਵੀ ਮੇਰੀ ਤੇ ਹੁਣ ਜਾਨ ਖਤਰੇ 'ਚ ਹੈ। ਉਹਨਾਂ ਨੇ ਆਪਣੇ 7 ਸਾਲ ਦਾ ਬੇਟਾ ਭਾਈ ਰਾਏ ਸਿੰਘ, ਜੋ ਕਿ ਰਤਨ ਸਿੰਘ ਦੇ ਪਿਤਾ ਜੀ ਨੇ 7 ਸਾਲ ਦੇ ਨੇ ਅਜੇ, ਉਹਨਾਂ ਨੂੰ ਚੌਧਰੀ ਨੱਥੇ ਦੇ ਕੋਲ, ਮੀਰਾ ਕੋਟੀ ਪਿੰਡ ਸੀਗਾ, ਚੌਧਰੀ ਦੇ ਕੋਲ ਸੌਂਪ ਕੇ ਆਪ ਨਿਕਲ ਗਏ। ਤੇ ਜਦੋਂ ਆਪ ਪਿੰਡ ਛੱਡ ਕੇ ਨਿਕਲੇ ਤੇ ਚੌਧਰੀ ਨੂੰ ਇੱਕ ਗੱਲ ਕਹੀ, ਕਹਿੰਦੇ ਤੂੰ ਮੇਰਾ ਭਾਈ ਹੈ, ਹਿੰਦੂ ਤੇ ਸਿੱਖ ਅਸੀਂ ਭਰਾ ਭਰਾ, ਤੂੰ ਮੈਨੂੰ ਇੱਕ ਵਾਅਦਾ ਕਰ ਮੇਰੇ ਪੁੱਤਰ ਦੀ ਜਾਨ ਬਚਾਏਗਾ। ਉਹ ਚੌਧਰੀ ਦੀ ਅੱਖਾਂ 'ਚੋਂ ਹੰਝੂ ਆ ਗਿਆ, ਕਿਹਾ ਤੇਰਾ ਪੁੱਤਰ ਨਹੀਂ, ਇਹ ਮੇਰਾ ਪੁੱਤਰ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ। ਮੈਂ ਆਪਣੀ ਜਾਨ ਦੀ ਬਾਜ਼ੀ ਲਗਾ ਦਵਾਂਗਾ, ਤੇਰੇ ਪੁੱਤਰ ਦੇ ਉੱਤੇ ਆਂਚ ਨਹੀਂ ਆਵੇ। ਭਾਈ ਰਾਏ ਸਿੰਘ ਦੇ ਜਿੱਥੇ ਘਰ ਸੀ, ਭਾਈ ਮਹਿਤਾਬ ਸਿੰਘ ਦਾ ਫੌਜ ਚੜ ਕੇ ਆਈ ਮੱਸੇ ਰੰਗੜ ਦਾ ਬਦਲਾ ਲੈਣ ਦੇ ਲਈ। ਤੇ ਜਦੋਂ ਫੌਜ ਚੜ ਕੇ ਆਈ, ਉਸ ਫੌਜ ਨੇ ਆ ਕੇ ਸਭ ਤੋਂ ਪਹਿਲਾਂ ਪਿੰਡ ਘੇਰ ਲਿਆ ਤੇ ਚੌਧਰੀ ਨੱਥੇ ਨੂੰ ਬੁਲਾਇਆ, ਬਈ ਮਹਿਤਾਬ ਸਿੰਘ ਦੇ ਸਾਰੇ ਪਰਿਵਾਰ ਨੂੰ ਕੱਢ, ਅਸੀਂ ਜਿੰਦਾ ਮਾਰ ਦੇਣਾ ਸਾਰਾ ਪਰਿਵਾਰ। ਚੌਧਰੀ ਨੱਥੇ ਨੇ ਹਿੰਮਤ ਕਰਕੇ ਪਰਿਵਾਰ ਦਾ ਸਾਰਾ ਭਜਾ ਦਿੱਤਾ, ਪਰ ਛੋਟਾ ਬੱਚਾ ਕਿੰਨੀ ਦੇਰ ਭਜਦਾ। 1-2 ਮੀਲ ਤੋਂ ਬਾਅਦ ਚੌਧਰੀ ਨੱਥਾ ਤੀਰਨਬਾਜ਼ ਸੀ, ਇਹ ਵੀ ਬਚਨ ਆਇਆ ਇਸ ਗ੍ਰੰਥ ਦੇ ਅੰਦਰ। ਉਹ ਤੀਰਾਂ ਨਾਲ ਲੜਦਾ, ਢਾਲਾਂ ਨਾਲ ਲੜਦਾ, ਕਿਰਪਾਨਾਂ ਨਾਲ ਲੜਦਾ। ਥੋੜੇ ਚਿਰ ਦੇ ਬਾਅਦ ਚੌਧਰੀ ਨੱਥਾ ਆਪਣੇ ਪ੍ਰਾਣ ਤਿਆਗ ਗਏ। ਜਦੋਂ ਚੌਧਰੀ ਨੱਥਾ ਜੀ ਪ੍ਰਾਣ ਤਿਆਗ ਗਏ, ਫੌਜ ਸਿੱਧਾ ਭਾਈ ਰਾਏ ਸਿੰਘ ਦੇ ਪਿੱਛੇ ਲੱਗ ਗਈ। 7 ਸਾਲ ਦੇ ਬੱਚੇ ਦੇ ਪਿੱਛੇ 20 ਫੌਜੀ ਪਠਾਨ ਮਾਰਨ ਲਈ ਚੱਲੇ। ਜਾਕੋ ਰਾਖੈ ਸਾਈਆਂ ਮਾਰ ਸਕਿਆ ਨਾ ਕੋਈ। ਜਿਹਨੂੰ ਆਪ ਗੁਰੂ ਗੋਬਿੰਦ ਸਿੰਘ ਬਚਾਉਣ ਲਈ ਹੋਣ, ਜਿਨ੍ਹਾਂ ਦੇ ਪੁੱਤਰ ਨੇ ਇਤਿਹਾਸ ਦੀ ਰਚਨਾ ਕਰਨੀ ਹੋਵੇ, ਉਸ ਨੂੰ ਕੌਣ ਮਾਰ ਸਕਦਾ ਸੀ? ਕਲਗੀਧਰ ਪਾਤਸ਼ਾਹ ਦਾ ਫਰਜ਼ੰਦ ਭਾਈ ਰਾਏ ਸਿੰਘ ਭੱਜਿਆ। ਜਦੋਂ ਭਾਈ ਰਾਏ ਸਿੰਘ ਜੀ ਭੱਜੇ ਤੇ ਇੱਕ ਪਠਾਨ ਨੇ ਘੋੜੇ ਦੇ ਚੜੇ ਦੇ ਹੰਕਾਰ ਦੇ ਅੰਦਰ ਭਾਈ ਰਾਏ ਸਿੰਘ ਦੇ ਗਲੇ ਦੇ ਕੋਲੋਂ ਕਿਰਪਾਨ ਕੱਢ ਦਿੱਤੀ। ਗਲਾ ਪੂਰਾ ਚੀਰਿਆ ਗਿਆ, ਪਰ ਸਾਹ ਵਾਲੀ ਨਲੀ ਨਹੀਂ ਕੱਟੀ ਗਈ ਤੇ ਬੱਚਾ ਸਿਸਕਦਾ ਰਿਹਾ। ਪਠਾਨ ਨੇ ਸੋਚਿਆ ਵੀ ਹੁਣ ਤਾਂ ਚੜ੍ਹਾਈ ਕਰ ਹੀ ਜਾਵੇਗਾ। ਉਹ ਉਧਰੋਂ ਫੌਜ ਵਾਪਸ ਮੁੜ ਗਈ। ਇੱਕ ਸਾਗ ਵੇਚਣ ਵਾਲੀ ਜਾ ਰਹੀ ਸੀ, ਉਸਨੇ ਦੇਖਿਆ ਬਈ ਇਹ ਤਾਂ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਹੈ ਤੇ ਇੱਥੇ ਇਹਦੀ ਜਾਨ ਨੂੰ ਸੁਰੱਖਿਅਤ ਨਹੀਂ। ਉਸਨੇ ਸਾਗ ਦੀ ਗੁੱਛੀਆਂ ਸੁੱਟੀਆਂ, ਉਹ ਬੱਚੇ ਨੂੰ ਟੋਕਰੀ 'ਚ ਰੱਖਿਆ,
सिर के उत्ते रख के उसकी ताई एक मोची के कोल लै गई। मोची के कोल गला सिवाया, बच्चे का वैद रोग दवा दवारू कराई, भाई राय सिंह जी ठीक हो गए। ते उहदी ताई के कोल उहनूं सुपुर्द कीता। उहदी ताई के कोल पढ़े बल्ले वड्डे होए ते उहनां दे घर दे अंदर फिर भाई राय सिंह जी जदों वजीर खान दे नाल बाबे बंदे बहादुर होरी 5 सिंह लैके छप्पड़चिड़ी के मैदान च गए ने, उत्थे भाई राय सिंह भी गए। इतिहास च आया बच्चा। उत्थे भाई राय सिंह जी नूं शाम सिंह जी ने देखा, जो कि उन्होंने अपनी लड़की तां इन्हां नूं दित्ती सी भी इन्हां दे परिवार दे अंदर भाई महताब सिंह ने मस्से रंगण दा सीस वड्ढिआ ते शहीदां दे घर दे अंदर अपनी बेटी दो। ते भाई राय सिंह दे नाल अपनी बेटी बाबा शाम सिंह होना ने विआही। ते जदों बेटी विआही बाबा शाम सिंह जी ने अपने उन्हां तो पैदा होए सीगे शहीद भाई रतन सिंह भंगू, जिन्हां ने ग्रंथ लिखिआ। उन्होंने हुण सारी गल अपने बजुर्गों तो सुनी सी, इन दिन गल लिखी, संप्रदाय गल चलती आ रही है, सूरबीरता की कौम सी, वो सारा इस इतिहास के अंदर ग्रंथ लिखिआ। सो इतिहास तुसीं ज्ञानी जी पासों 3 दिन तो सरवण कर रहे सीगे। भाई तारू सिंह जी का इतिहास चल रहा है। भाई तारू सिंह जी का जन्म 1720 4 अक्तूबर को कूले पिंड च होया। कूले पिंड के अंदर भाई तारू सिंह की किरत करते हैं, नाम जपते हैं ते उन्हां दी माता घर के अंदर जाके अमीर लोगों के अंदर पीसना पीसते हैं। पीसना पीस के जो पहला मजदूरी के रूप च आटा ही दे देंगे होंगे। जो आटा मान लो 6 किलो आटा पीसिया, सेर पाइया आटा उन्होंने दे देंगे सी मजदूरी लैके। वो आटा माता घर लैके भैन तारी ते भाई तारू सिंह भाजा ते देग तैयार करते सी 5 बाणियां का पाठ करके। ते बीबी तारो ते माता धर्म कौर जी वो प्रशादा ते देग तैयार करते सी। वो देग तैयार करके अपने खाण लई घट ते सिंघां दे लई जंगल दे अंदर रात भाई तारू सिंह दे के आंदे सी। जिस तरह भाई तारू सिंह जी जंगल के अंदर प्रशादा देण जाते सीगे, उन्होंने इतिहास के अंदर वचन ने कहते अपना जो लीड़ा है चोला फटिया हुआ, ओदा महीना ठंड लग रही है, पर सिंघां दे लई खत्तर दी चद्दर लैके जाते मोढे ते रख के। आप प्रशादा घट छकिया पर सिंघां दे लई देसी घ्यो नाल चोपड़ के लैके जाते ते अपने लिए देग का किणका रखिया भी गुरु की देग नूं मूंह ला लईए, पर सिंघां नूं गप्पा भर के दिंदे ने। क्या साडे गुरु का इतिहास है कि कड़ा गोले बना बना के गुरु ने छकाउणे। यह जज्बा सी सिंघां दे अंदर, रोह सी भी मेरा गुरु का सिख है, मैं अपनी जान भी दे देवां कुर्बान है इस सिख तो। सो भाई तारू सिंह जी जंगल के अंदर प्रशादा दिंदे। सरकार के टाउट हर भगत नरंजनीय ने जकरिया खान नूं दस्सिया, क्या जकरिया खान तू की सोचना है कि तेरी हुकूमत चल रही है, इत्थे होर भी कोई कौम पैदा हो गई है जिहड़ी तैनूं ललकारेगी। वो कहता जिसके सिर पर होवे केस रहन ना देऊं अपने देश। होर किहड़ी कौम है? उन्होंने कहा सिंघां दी कौम, शूरवीर बहादुरां दी कौम, कलगीधर दे फरजंदां दी कौम, बब्बर शेरां दी कौम है जिहड़ी तैनूं ललकार देवेगी। उन्होंने कहा भी उन्होंने कोई मोढी भी होएगा, लीडर भी होगा, उन्होंने फड़ के लियाओ। उन्होंने कहा इन्होंने 2 मोढी ने, हर भगत नरंजनिया सीगा जंडियाले वाला, एक रामा रंधावा सीगा नशहरे वाला, ते एक साहिब राया सीगा। उन्हें तिन्हां ने मिल के भाई तारू सिंह की शिकायत की सी। हर भगत नरंजनीय ने कहा भी जो प्रशादे की सेवा करते हैं उन्होंने अंदरों सब तो उच्चे रहनी बहनी ते कहनी दे सूर में सूरबीर बचन के बली भाई तारू सिंह ते जो
ਯੋਧੇ ਨੇ, ਸ਼ੂਰਵੀਰ ਬਹਾਦਰ ਨੇ, ਖਾੜਕੂ ਸਿੰਘ ਨੇ, ਉਹਨਾਂ ਚੋਂ ਮਹਿਤਾਬ ਸਿੰਘ ਹੈ। ਜੇ ਆਪਾਂ ਇਹਨਾਂ ਦੋਨਾਂ ਨੂੰ ਫੜ ਲਈਏ ਤਾਂ ਗੱਲ ਬਣ ਜਾਵੇ। ਹਰ ਭਗਤ ਨਰੰਜਨੀਏ ਦੀ ਗੱਲ ਸੁਣ ਕੇ ਜ਼ਕਰੀਆ ਖਾਨ ਜਲ ਬਲ ਗਿਆ। ਉਹ ਕਹਿੰਦਾ ਵੀ ਤੁਸੀਂ ਮੈਨੂੰ ਮੂਰਖੋ, ਸਿੰਘਾਂ ਦੀ ਤਾਰੀਫ ਕਰਨ ਦੇ ਲਈ ਕਚਹਿਰੀ ਦੇ ਅੰਦਰ ਅਸੀਂ ਬੈਠੇ ਹਾਂ। ਹਰ ਭਗਤ ਨਰੰਜਨੀਏ ਨੂੰ ਭੇਜਿਆ ਵੀ ਤੂੰ ਮਹਿਤਾਬ ਸਿੰਘ ਨੂੰ ਫੜ ਕੇ ਲਿਆ, ਸੈਂਕੜੇ, 1000, 5000 ਫੌਜ ਲੈ ਜਾ, ਮੈਨੂੰ ਮਹਿਤਾਬ ਸਿੰਘ ਇੱਥੇ ਚਾਹੀਦਾ। ਦੂਜੇ ਨੰਬਰ ਦੇ ਉੱਤੇ ਭਾਈ ਤਾਰੂ ਸਿੰਘ ਨੂੰ ਪਕੜਨ ਦੇ ਲਈ ਵੀ ਫੌਜੀ ਭੇਜੇ, ਕਿਉਂਕਿ ਉਹ ਗ੍ਰਸਤੀ ਸਿੰਘ ਸੀਗੇ। ਭਾਈ ਤਾਰੂ ਸਿੰਘ ਜੀ ਨੂੰ ਫੜਨ ਦੇ ਲਈ ਜਦੋਂ ਸਿੰਘ ਗਏ, ਕੂਲੇ ਨਗਰ ਦੇ ਅੰਦਰ ਦੀ ਸੰਗਤ ਨੇ ਰੋਕਿਆ। ਭਾਈ ਤਾਰੂ ਸਿੰਘ ਨੇ ਕਿਹਾ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮਹਿਤਾਸ ਮੈਂ ਰੰਚਕ ਨਾਹਿਰ ਪੇ। ਸ਼੍ਰੀ ਸਰਬਲੋਕ ਗ੍ਰੰਥ ਕਲਗੀਧਰ ਪਾਤਸ਼ਾਹ ਦੀ ਰਚਨਾ। ਕਹਿੰਦੇ ਵੀ ਮੇਰੇ ਅੰਦਰ ਤੇ ਕਲਗੀਧਰ ਪਾਤਸ਼ਾਹ ਦੇ ਅੰਦਰ ਕੋਈ ਫਰਕ ਨਹੀਂ। ਮੈਂ ਗੁਰੂ ਦਾ ਰੂਪ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਤੇ ਮੇਰੇ ਗੁਰੂ ਨੇ ਜੋ 5ਵੇਂ ਜਾਮੇ 'ਚ ਕੀਤਾ ਹੈ, ਜੋ ਮੇਰੇ ਗੁਰੂ ਨੇ 9ਵੇਂ ਜਾਮੇ 'ਚ ਕੀਤਾ ਹੈ, ਅੱਜ ਮੈਂ ਉਹ ਇਤਿਹਾਸ ਦੁਹਰਾਉਣਾ ਚਾਹੁੰਦਾ ਤੇ ਤੁਸੀਂ ਮੈਨੂੰ ਰੋਕੋ ਨਾ। ਭਾਈ ਤਾਰੂ ਸਿੰਘ ਦੇ ਮੁਖ ਦੇ ਉੱਤੇ ਲਾਲੀ, ਜਿਹੜੇ ਵੀ ਫੌਜੀ ਲੈਣ ਆਏ ਨੇ ਨਾ, ਉਹ ਬੜੀ ਨਮੋਸ਼ੀ ਮਹਿਸੂਸ ਕਰ ਰਹੇ, ਕਿਉਂਕਿ ਤੁਸੀਂ ਜਿਸ ਨੂੰ ਫੜਨ ਆਏ ਹੋ ਉਸ ਨੂੰ ਬਚਾਉਣ ਦੇ ਲਈ ਸਾਰਾ ਪਿੰਡ ਖੜਾ ਹੈ, ਔਰ ਉਹ ਬੰਦਾ ਤੁਹਾਡੇ ਨਾਲ ਜਾਣ ਨੂੰ ਤਿਆਰ ਹੈ। ਸੋਚ ਕੇ ਦੇਖੋ ਖਾਲਸਾ ਜੀ, ਉਸ ਵੇਲੇ ਦੀ ਮਾਨਸਿਕਤਾ ਕੀ ਸੀ, ਉਸ ਵੇਲੇ ਦੀ ਸੋਚ ਕੀ ਸੀ ਸਿੰਘਾਂ ਦੀ। ਨੀਲਾ ਬਾਣਾ ਪਾਇਆ ਖੱਦਰ ਦਾ, ਭਾਈ ਤਾਰੂ ਸਿੰਘ ਨਾਲ ਚੱਲ ਪਏ, ਹਾਥੀ ਦੀ ਮਸਤ ਚਾਲ ਸਿੰਘ ਦੀ। ਤੇ ਪਹਿਲਾ ਜੋ ਰਾਤ ਦਾ ਪੜਾਅ ਸੀਗਾ ਉਹ ਪੜਾਣੇ ਨਗਰ ਵਿੱਚ ਕੀਤਾ। ਪੜਾਣਾ ਨਗਰ ਰਾਤ ਕਚਹਿਰੀ ਦੇ ਅੰਦਰ ਰਹੇ। ਉੱਥੇ ਦੀ ਸੰਗਤ ਨੇ ਕਿਹਾ ਵੀ ਭੈਣ ਨੂੰ ਬਚਾਓ, ਧਨ ਦੇ ਕੇ ਬੀਬੀ ਤਾਰੋ ਨੂੰ ਉੱਥੋਂ ਕੱਢ ਲਿਓ। ਤੇ ਮਾਤਾ ਜੀ ਨੂੰ ਵੀ ਲੈ ਗਏ ਵਾਪਸ ਕੂਲੇ ਨਗਰ ਦੇ ਅੰਦਰ। ਭਾਈ ਤਾਰੂ ਸਿੰਘ ਨੇ ਆਪਣੀ ਰਿਹਾਈ ਦੇਣ ਤੋਂ ਮਨਾ ਕਰ ਦਿੱਤਾ। ਜਦੋਂ ਭਾਈ ਤਾਰੂ ਸਿੰਘ ਨੇ ਆਪਣੀ ਰਿਹਾਈ ਦੇਣ ਤੋਂ ਮਨਾ ਕਰ ਦਿੱਤਾ ਤੇ ਸਿੰਘਾਂ ਨੇ ਕਿਹਾ, ਮਹਾਰਾਜ ਇਹ ਗੱਲ ਕਿਉਂ ਤੁਹਾਨੂੰ ਧਨ ਦੇ ਦਿੰਦੇ ਆ, 20 ਬੰਦੇ ਲੈਣ ਆਏ ਨੇ, ਮਾਰ ਦਿੰਦੇ ਆ। ਭਾਈ ਤਾਰੂ ਸਿੰਘ ਨੇ ਕਿਹਾ, ਗੱਲ ਉਹ ਨਹੀਂ, ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਆ ਉਹ ਤੁਸੀਂ ਨਹੀਂ ਸਮਝ ਰਹੇ। ਕਿਆ ਸਮਝਾਓ। ਰਾਤ ਭਾਈ ਤਾਰੂ ਸਿੰਘ ਨੇ ਉਸ ਜੇਲ੍ਹ ਦੇ ਅੰਦਰ ਕਥਾ ਕੀਤੀ, ਖਾਲਸਾ ਜੀ ਇਹ ਸਿੰਘ ਦੀ ਚੜ੍ਹਦੀ ਕਲਾ। ਅੱਜ ਕਈ ਪੁੱਛਦੇ ਨੇ ਜੀ ਚੜ੍ਹਦੀ ਕਲਾ ਕੀ ਹੁੰਦੀ ਹੈ। 20 ਫੌਜੀ ਲੈਣ ਆਏ ਨੇ, ਮੌਤ ਦੀ ਸਜ਼ਾ ਮਿਲਣੀ ਹੈ, ਪਤਾ ਨਹੀਂ ਕੀ ਤਸੀਹੇ ਮਿਲਨੇ ਨੇ, ਪਰ ਸਿੰਘ ਬੈਠਾ ਗੁਰੂ ਦੀ ਗੱਲ ਕਰ ਰਿਹਾ। ਇਸ ਨੂੰ ਕਹਿੰਦੇ ਨੇ ਚੜ੍ਹਦੀ ਕਲਾ। ਭਾਈ ਤਾਰੂ ਸਿੰਘ ਜੀ ਸ਼ਹੀਦ, ਜਦੋਂ ਰਾਤ ਪੁੱਛਿਆ ਗਿਆ ਸਾਡੇ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅੱਜ ਤੱਕ ਕਿਸੇ ਨੇ ਇਸਲਾਮ ਕਬੂਲ ਕੀਤਾ ਹੈ? 5ਵੇਂ ਪਾਤਸ਼ਾਹ ਨੇ ਤੁਹਾਡੀ ਈਨ ਮੰਨੀ ਸੀ? ਨਹੀਂ ਮੰਨੀ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਧਨ ਹੇਤ ਈਤੀ ਜਿਨ ਕਰੀ, ਸਾਧੂਆਂ ਦੇ ਨਾਲ ਦੋਸਤੀ ਕਰ ਲਈ। ਸਾਧਨ ਹੇਤ ਈਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦੀਵਾ। ਸੀਸ ਤੇ ਦੇ ਦਿੱਤਾ ਪਰ ਸਿਰ ਨਹੀਂ ਕਟਾਇਆ। ਜਿਹੜਾ ਫੱਕਰ ਦਾ ਸਿਰ ਸੀ ਉਹ ਨਹੀਂ ਕਟਾਇਆ। ਹਿੰਦੂਆਂ ਨੂੰ ਜੋ ਬਚਨ ਕੀਤਾ ਸੀ ਉਹ ਨਹੀਂ ਕਟਾਇਆ। ਸੋ ਭਾਈ ਤਾਰੂ ਸਿੰਘ ਜੀ ਪੜਾਣੇ ਰਾਤ ਰਹਿ ਕੇ ਸਿੰਘਾਂ ਨੇ ਸਾਰਿਆਂ ਨੇ ਅੱਖਾਂ ਭਰ ਗਈਆਂ ਵੀ ਸਾਡੀ ਤੁਸੀਂ ਗੱਲ ਪ੍ਰਵਾਨ ਕਰੋ, ਰਿਹਾਈ ਕਰਾਓ। ਭਾਈ ਤਾਰੂ ਸਿੰਘ ਨੇ ਨਹੀਂ ਕਰਵਾਈ ਰਿਹਾਈ ਤੇ ਉਹ ਸਿੰਘਾਂ ਨੂੰ ਚੜ੍ਹਦੀ ਕਲਾ ਦੇ ਨਾਲ ਅਕਾਲ ਦੇ ਜਕਾਰੇ ਲਗਾ ਕੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ। ਸਿੰਘ ਨੇ ਨਿਤਨੇਮ ਕਰਕੇ ਆਪ ਰਬਾਬ ਵਜਾ ਕੇ ਆਸਾਂ ਦੀ ਵਾਰ ਦਾ ਕੀਰਤਨ ਲਗਾਇਆ। ਜੇ ਸੋ ਚੰਦਾ ਹੋਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਰ ਘੋਰਨ ਦਾ। ਬਾਣੀ ਵਸੀ ਹੋਈ ਸੀ ਰੋਮ ਰੋਮ ਦੇ ਅੰਦਰ। 3.5 ਕਰੋੜ ਰੋਮ ਗੁਰੂ ਦੇ ਸਮਰਪਿਤ ਸੀਗੇ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਦੇ ਦਰਬਾਰ ਦੇ ਅੰਦਰ ਜਦੋਂ ਪਹੁੰਚੇ, ਇਹ ਗੱਲ ਦਾ ਪਤਾ ਦੂਜੇ ਪਾਸੇ ਮਹਿਤਾਬ ਸਿੰਘ ਨੂੰ ਲੱਗਿਆ। ਭਾਈ ਮਹਿਤਾਬ ਸਿੰਘ ਨੇ
क्या ਸਿੰਘੋ मेरा सुनहरी भरा है तारू सिंह, मैं तारू सिंह दे नाल इकट्ठे असीं अमृत छकिया इक्को बाटे दे अंदर, असीं गुरभाई हाँ। उन्होंने अपने सारे शस्त्र, भी शस्त्रां की बेदबी ना होवे, वो सारे शस्त्र ਸਿੰਘਾਂ ਨੂੰ वंड दिते। अपनी किरपान, बंदूक, दमाले दे चक्कर, ढालां ते एक सोटा रख के अपने आप नूं जिथे गुर जंडियाले वाला हर भगत नाल रजनियां ढूंढ रहा सी, जंगलों तो निकल के वापस उन्होंने कोल आप अपनी शहीदी देन पहुंच गए ते उन्होंने कैद कर लिया। भाई मेहताब सिंह नूं भी डंडा पा लिया ताकि हथ ना हिला सकण, पैरों के अंदर भी लोहा पा के बन लिया। भाई मेहताब सिंह नूं भी हुण जकरिया खान ने कोल लाहौर लै आए। आखना करो जी सतनाम। आगे आवत सिंह जो पावै, वाहिगुरू की फतेह बुलावै। ते जदों आंदे जकरिया खान दे दरबार दे अंदर तारू सिंह जी पहुंचे सीगे ते भाई तारू सिंह ने गज के गई, वाहिगुरू जी का खालसा वाहिगुरू जी की फतेह। हुण दूजा योधा आ गया कलगीधर पातशाह दा, उन्हें भी गज के गया, खुशियां दे जगारे गजावे, निहाल हो जावे, फतेह पावे गुरबारे अकाल ही अकाल। जदों अकाल अकाल दे नगारे सुने, जकरिया खान ने कान च उंगलां दे दी, कान दे अंदर उंगलां दे लईआं जकरिया खान ने भी गल बनी की है। ਸਿੰਘਾਂ दे अंदर मौत का डर ही कोई नहीं। सब तो पहले भाई मेहताब सिंह नूं रात क्या भी सवेरे शहादत कर दी जाएगी। भाई मेहताब सिंह ने कहा फैसले तो उससे मेरे लिए कोई फकर की गल नहीं, ते क्या भी रात जकरिया खान के नाल रखा जाए। जकरिया खान ने हुक्म ला दिता, भाई तारू सिंह जी जेल च पहुंच गए। सिंघां ने आपस गुरु की गल करते हुए अमृत वेले भाई मेहताब सिंह नूं चरखड़ी ते चढ़ाउण दा हुक्म होया ते भाई मेहताब सिंह वाहिगुरू 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 जपदे जपजी साहब का पाठ करते शहीदी दे। अगले दिन कचहरी के अंदर भाई तारू सिंह नूं फिर सद पाई। भाई तारू सिंह जी नूं कहा बई तुहाडे अगे शर्तां रखदे, सब तो पहली शर्त रखते हैं इस्लाम कबूल कर दो। भाई तारू सिंह जी ने कहा सानू इस्लाम कबूल नहीं। दूसरी शर्त रखते हैं भाई इस्त्रियां का लालच ले लो, इस्त्रियां का लालच भी प्रवान ना हो। तीसरे नंबर के उत्ते जगीरां दी, कोठियां दी, महलों का लालच दिता। भाई तारू सिंह ने कहा जकरिया खान सानू इको गल बार बार कह भी शहीद कितने देनी है, किस तरह देनी है शहादत, वो गल दस सानू, सानू मैं खोके लालच ना दिखा। भाई तारू सिंह ने कहा भी मेरी सिक्खी केसां ते सवासां नाल निभे। उत्थे जकरिया खान तो एक गलती हो गई, वो बोल बैठा कुछ शब्द बोल बैठा, उस वचन संगत के अंदर कहने योग तो नहीं महापुरुषों के बारे, पर जो इतिहास है वो दस रहे। जकरिया खान बोलता है कि तारू सिंह मैं तेरे केस अपनी जुत्ती के नाल उतारांगा। भाई तारू सिंह ने वचन कहे, कहते जेड़े दे गल तक गुरु के केसां की बेनती की गल कही है, तेनू अपनी जुत्ती की नोक दे के नरकां नूं लैके जावांगा। उत्थे फिर नाई बुलाए गए, नाइयां नूं कहा इन्हां दे वाल कट्टो। दो वचन आए ने इतिहास के अंदर। पहली गल तो जदों वाल केसां दे उत्ते हत्थ पाया ते केस तांबे दी तारा बन गई। दूसरा वचन आया भी नाइयां दी कैंचियां खुंडियां हो गई। ते इन्नी गल दे उत्ते नाई तो उधरों छड्ड के ही भज गए। फिर मोची नूं बुलाया गया। मोची ने भाई तारू सिंह नूं फिर उन्होंने कहा भी इन्हां दा खोपरा ही ला दो। फिर उत्ते भाई तारू सिंह ने गुरु गोबिंद सिंह जी का शुक्र किया, महाराज मेरे सिर दे कोलों लैके कन्नां दे उपरों पूरा का पूरा खोपरा ही उतरेगा, पर मेरे केस नहीं कतल होंगे।
ਭਾਈ ਤਾਰੂ ਸਿੰਘ ਜੀ ਸ਼ਹੀਦ ਨੇ ਆਪਣਾ ਖੋਪੜਾ ਉਤਰਵਾ ਲਿੱਤਾ, ਸ਼ਹਾਦਤ ਦੇ ਦਿੱਤੀ ਤੇ ਜਪਜੀ ਸਾਹਿਬ ਦਾ ਪਾਠ ਉਹਨਾਂ ਦੀ ਦੇਹੀ ਕਰਦੀ ਰਹੀ ਤੇ ਖੋਪੜਾ ਉਤਾਰ ਕੇ ਭਾਈ ਤਾਰੂ ਸਿੰਘ ਦੇ ਗੋਦ 'ਚ ਰੱਖ ਦਿੱਤਾ ਤੇ ਸਾਰੇ ਲਾਹੌਰ ਦੀ ਸੰਗਤ ਨੇ ਮੂੰਹ ਚੁੰਗਲੀਆਂ ਦੇ ਲਈਆਂ, ਦਰਬਾਰ ਵਾਲਿਆਂ ਨੇ ਉਂਗਲੀਆਂ ਦੇ ਲਈਆਂ ਬਈ ਕੈਸਾ ਸਿਦਕ ਵਾਲਾ ਸਿੰਘ ਹੈ, ਖੋਪੜ ਉਤਰਨ ਤੋਂ ਬਾਅਦ ਵੀ ਜਿੰਦਾ ਹੈ। ਤੇ ਭਾਈ ਤਾਰੂ ਸਿੰਘ ਨੇ ਬਚਨ ਕੇ ਜ਼ਕਰੀਆ ਖਾਨ ਅੱਜ ਤੋਂ 21ਵੇਂ ਦਿਨ ਤੈਨੂੰ ਜੁੱਤੀ ਦੀ ਨੋਕ ਦੇ ਉੱਤੇ ਲੈ ਕੇ ਅਸੀਂ ਨਰਕਾਂ ਨੂੰ ਛੱਡ ਕੇ ਆਵਾਂਗੇ ਤੇ ਆਪ ਅਸੀਂ ਕਲਗੀਧਰ ਪਾਤਸ਼ਾਹ ਦੇ ਕੋਲ ਦਰਬਾਰ ਦੇ ਬਾਹਰ ਸੱਜੇ ਪਾਸੇ ਦਿਉੜੀ ਦੇ ਉੱਤੇ ਹਜ਼ੂਰੀ ਡਿਊਟੀ ਦੇਵਾਂਗੇ, ਦਵਾਰਪਾਲ ਦੀ ਸੱਚਖੰਡ ਜਾਵਾਂਗੇ। ਖੱਬੇ ਪਾਸੇ ਭਾਈ ਮਣੀ ਸਿੰਘ, ਸੱਜੇ ਪਾਸੇ ਭਾਈ ਤਾਰੂ ਸਿੰਘ। ਸੋ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦੇ ਸਰੀਰ ਨੂੰ ਇੱਕ ਹਵੇਲੀ ਦੇ ਕੋਲ ਥੰਮਲੇ ਦੇ ਨਾਲ ਲਵਾ ਦਿੱਤਾ। ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ, ਉਧਰੋਂ ਨਵਾਬ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਜਦੋਂ ਪਿਸ਼ਾਬ ਦਾ ਬੰਨ ਪਿਆ ਜ਼ਕਰੀਆ ਖਾਨ ਨੂੰ ਤੇ ਉਹ ਨੇ ਫੇਰ ਸਿੰਘਾਂ ਦੀ ਓਟ ਲਈ ਭਾਈ ਸੁਬੇਗ ਸਿੰਘ ਨੂੰ ਬੁਲਾਇਆ। ਭਾਈ ਸੁਬੇਗ ਸਿੰਘ ਨੂੰ ਇਹ ਗੱਲ ਕਹੀ, ਸੁਬੇਗ ਸਿੰਘ ਜੀ ਮੈਨੂੰ ਗੁਰੂ ਖਾਲਸੇ ਤੋਂ ਬਖਸ਼ਵਾਓ। ਪਹਿਲੇ ਤਾਰੂ ਸਿੰਘ ਕੋਲ ਮਾਫੀ ਲੈ ਕੇ ਗਏ ਪਰ ਭਾਈ ਤਾਰੂ ਸਿੰਘ ਜੀ ਨੇ ਇਹ ਗੱਲ ਕਹਿ ਦਿੱਤੀ ਬਈ ਹੁਣ ਜੇ ਗੁਰੂ ਖਾਲਸਾ ਜੋ ਕਰੇਗਾ ਉਹ ਕਰੇਗਾ, ਸਾਡੇ ਹੱਥ ਵਸ ਖੇਡ ਨਹੀਂ, ਮਾਫੀ ਦੀ। ਭਾਈ ਸੁਬੇਗ ਸਿੰਘ ਜੀ ਲਾਹੌਰ ਦੇ ਅੰਦਰ ਨਵਾਬ ਕਪੂਰ ਸਿੰਘ ਜੀ ਦੇ ਕੋਲ ਪੰਜਾਂ ਪਿਆਰਿਆਂ ਤੋਂ ਆਗਿਆ ਲਈ। ਪੰਜਾਂ ਪਿਆਰਿਆਂ ਨੇ ਕਿਹਾ ਜ਼ਕਰੀਆ ਖਾਨ ਦੇ ਕੋਲ ਸਿਰ ਦੇ ਅੰਦਰ 100 ਜੁੱਤੀ ਜੋ ਮਾਰੇਗਾ ਤਾਂ ਉਹਦੇ ਪਿਸ਼ਾਬ ਦਾ ਬੰਨ ਖੁੱਲੇਗਾ। ਇਹ ਗੁਰੂ ਖਾਲਸੇ ਪੰਥ ਦਾ ਹੁਕਮ ਹੈ, ਤਾਂ ਉਹਦਾ ਪਿਸ਼ਾਬ ਦਾ ਬੰਨ ਖੁੱਲਣਾ ਤੇ ਇਸ ਗੱਲ ਦੀ ਇਜਾਜ਼ਤ ਭਾਈ ਤਾਰੂ ਸਿੰਘ ਤੋਂ ਲੈਣੀ ਹੈ। ਤੇ ਸੁਬੇਗ ਸਿੰਘ ਜੀ ਵਾਪਸ ਫੇਰ ਭਾਈ ਤਾਰੂ ਸਿੰਘ ਦੇ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਗੁਰੂ ਖਾਲਸੇ ਪੰਥ ਨੇ ਹੁਕਮ ਲਾਇਆ ਵੀ ਤੁਹਾਡੀ ਜੁੱਤੀ ਲੈ ਕੇ ਸਿਰ 'ਚ ਮਾਰਨੀ ਹੈ ਜ਼ਕਰੀਆ ਖਾਨ ਦੇ ਦਿਨ 'ਚ 100 ਤਾਂ ਪਿਸ਼ਾਬ ਦਾ ਬੰਨ ਖੁੱਲੇਗਾ। ਭਾਈ ਤਾਰੂ ਸਿੰਘ ਜੀ ਨੇ ਕਿਹਾ ਸਤ ਬਚਨ ਜੋ ਵੀ ਗੁਰੂ ਖਾਲਸੇ ਨੇ ਕੀਤਾ ਬਹੁਤ ਵਧੀਆ ਕੀਤਾ। ਫਿਰ ਜ਼ਕਰੀਆ ਖਾਨ ਦੇ ਕੋਲ ਹੁਕਮਨਾਮਾ ਪਹੁੰਚਿਆ। ਜ਼ਕਰੀਆ ਖਾਨ ਕਹਿੰਦਾ ਦੇਰੀ ਕਿਸ ਗੱਲ ਦੀ ਹੈ, ਇਹ ਤੇ ਵਧਾਈ ਦੀ ਗੱਲ ਹੈ, ਤਾਰੂ ਸਿੰਘ ਦੀ ਜੁੱਤੀ ਲੈ ਕੇ ਆਓ। ਭਾਈ ਤਾਰੂ ਸਿੰਘ ਜੀ ਦੀ ਉਹ ਲਈ ਜੁੱਤੀ ਸ਼ਹਾਦਤ ਵਾਲੇ ਦਿਨ ਜੋ ਹੋਈ ਸੀਗੀ ਉਹ ਮਿਲੇ ਨਾ। ਨਵੀਂ ਜੁੱਤੀ ਲੈ ਕੇ ਭਾਈ ਤਾਰੂ ਸਿੰਘ ਜੀ ਦੇ ਪੈਰ ਨੂੰ ਛੁਆ ਕੇ ਜ਼ਕਰੀਆ ਖਾਨ ਪਹਿਲਾਂ ਤਾਂ ਖੁਦ ਸਿਰ 'ਚ ਜੁੱਤੀਆਂ ਮਾਰਦਾ, ਬਾਂਹ ਥੱਕ ਜਾਂਦੀ ਹੈ। ਕਾਜੀ ਮੁਲਾਣਿਆਂ ਨੂੰ ਕਹਿੰਦਾ ਤੁਸੀਂ ਮਾਰੋ। ਕਾਜੀ ਮੁਲਾਣੇ ਸਿਰ 'ਚ ਜ਼ੋਰ-ਜ਼ੋਰ ਦੇ ਜੁੱਤੀਆਂ ਮਾਰਦੇ ਨੇ ਤੇ ਆ ਕੇ ਵਧਾਈ ਦਿੰਦੇ ਨੇ, ਕਹਿੰਦੇ ਵਧਾਈ ਹੋਏ ਖਾਨ ਸਾਹਿਬ, ਤੁਹਾਨੂੰ ਬਹੁਤ ਵਧਾਈ ਹੋਵੇ, ਤੁਹਾਡਾ ਰੋਗ ਠੀਕ ਹੋ ਗਿਆ, ਖਾਲਸੇ ਦੀ ਜੁੱਤੀ ਤੁਹਾਡੇ ਕੰਮ ਆ ਰਹੀ ਹੈ। ਸੋ ਉਹਨੂੰ ਧੀਰੇ ਧੀਰੇ ਪਿਸ਼ਾਬ ਦਾ ਬੰਨ ਖੁੱਲਦਾ ਰਿਹਾ ਤੇ ਕੱਲ ਵਾਲਾ ਉਹ ਦਿਹਾੜਾ ਹੈ ਜਦੋਂ ਭਾਈ ਅੱਜ ਵਾਲੇ ਦਿਨ ਜ਼ਕਰੀਆ ਖਾਨ ਨੂੰ ਨਰਕਾਂ ਦੇ ਅੰਦਰ ਛੋੜ ਕੇ ਉਹਨੇ ਆਪਣੇ ਸਵਾਲ ਛੱਡੇ ਸੀਗੇ ਤੇ ਸੁਬੇਗ ਸਿੰਘ ਜੀ ਨੂੰ ਲਾਹੌਰ ਦੀ ਨਵਾਬੀ ਦਿੱਤੀ ਸੀ ਤੇ ਉਹਨਾਂ ਦੇ ਨਾਮ ਦੇ ਉੱਤੇ ਸਿੱਕਾ ਵੀ ਚਲਾਇਆ ਸੀ ਅੱਜ ਵਾਲੇ ਦਿਨ। ਉਹ ਸਿੱਕਾ ਗ੍ਰੰਥਾਂ ਦੇ ਅੰਦਰ ਫੋਟੋ ਦੀ ਸੰਭਾਲੀ ਪਈ ਹੈ, ਤੁਸੀਂ ਦੇਖ ਸਕਦੇ ਹੋ। ਫਾਰਸੀ ਦੇ ਅੰਦਰ ਤੇ ਗੁਰਮੁਖੀ ਦੇ ਅੰਦਰ ਲੜੀਵਾਰ ਸਾਈਨ ਵੀ ਹੋਏ ਨੇ ਵੀ ਸੁਬੇਗ ਸਿੰਘ ਨਵਾਬ ਨੇ ਲਾਹੌਰ ਤੋਂ। ਸੋ 1745 ਦੇ ਅੰਦਰ ਇਹ ਸ਼ਹਾਦਤ ਹੋਈ। 1720 ਦਾ ਜਨਮ ਸੀਗਾ। 25 ਸਾਲ ਦੇ ਨਿਹੰਗ ਸਿੰਘ ਹਠੀਲੇ ਜੱਪੀ ਟੱਪੀ ਸਤੀ ਸਿੰਘ ਭਾਈ ਤਾਰੂ ਸਿੰਘ ਜੀ ਦਾ ਕੱਲ ਦੇ ਪ੍ਰਸੰਗ ਦੇ ਅੰਦਰ ਅਸੀਂ ਸਰਵਣ ਕਰਾਂਗੇ ਕਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਹੋਏਗੀ। ਉਹ ਇਸ਼ਨਾਨ ਕਰਵਾ ਕੇ ਆਪ ਸੱਚਖੰਡ ਨੂੰ ਜਾਣਗੇ ਤੇ ਅੱਜ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੋ ਕਥਾ ਦੀ। ਹਾਂਜੀ। ਦੋਹਰਾ ਫਿਰ ਨਵਾਬ ਇਹੀ ਕਹੀ ਜਿੰਦ ਚਹਿ ਤਾ ਆਵੋ ਦੀਨ ਔਰ ਜੋ ਚਾਹੇ ਮਾਗ ਸੋ ਧਨ ਅਰ ਮੁਲਕ ਜ਼ਮੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਵਾਲਾ ਦਿਨ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਇੱਥੇ ਸਵੇਰੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਪਰਥਾਏ 300 ਸਾਲਾ ਜੋ ਜਨਮ ਸ਼ਤਾਬਦੀ ਹੈ ਉਹਨਾਂ ਦੇ ਲਈ ਭਾਈ ਤਾਰੂ ਸਿੰਘ ਜੀ ਦੇ ਸਵੇਰੇ 9 ਤੋਂ 10
ਤੇ 10 ਤੋਂ 11 ਫਿਰ ਇੱਥੇ ਸਮਾਗਮ ਰੱਖੇ ਗਏ ਨੇ। ਢਾਡੀ ਜਥੇ ਵੀ ਆਣਗੇ, ਰਾਗੀ ਸਿੰਘਾਂ ਨੇ ਵੀ ਕੀਰਤਨ ਕਰਨਾ ਹੈ ਤੇ ਸ਼ਾਮ ਦੇ ਦੀਵਾਨਾਂ ਦੇ ਅੰਦਰ ਗਿਆਨੀ ਹਰਸਿਮਰਨ ਸਿੰਘ ਜੀ ਕਥਾ ਕਰਨਗੇ। ਉਪਰੰਤ ਭਾਈ ਸਾਹਿਬ ਭਾਈ ਜੋਤ ਸਿੰਘ ਜੀ ਉਹ ਵੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ ਤੇ ਕੱਲ ਵੀ ਸਾਰੀ ਸੰਗਤ ਨਿਹਾਲ ਦੀ ਭਰਨੀ ਹੈ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਜਨਮ ਸ਼ਤਾਬਦੀ ਦੇ ਲਈ ਮਿਸ਼ਟਾਨ ਦੇ ਲੰਗਰ ਜੋ ਵੀ ਇੱਥੇ ਬਾਹਰ ਸੰਗਤ ਵੱਲੋਂ ਗੁਰਮਤਾ ਹੋਏਗਾ ਉਹ ਵੀ ਬਣਾਉਣੇ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕੱਲ ਵੀ ਹਾਜ਼ਰੀਆਂ ਭਰਨੀਆਂ। ਫਿਰ ਪਰਸੋਂ ਤੋਂ ਗੁਰੂ ਅਮਰਦਾਸ ਦੀ ਲੜੀਵਾਰ ਕਥਾ ਸ਼ੁਰੂ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।